ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਹੋਗੇ ਸਿਆਸੀ ਮਾਹਰ ਪ੍ਰੋਫੈਸਰ ਜੀਤ ਸਿੰਘ ਜੀ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ। ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਢਾਂਚੇ ਦੇ ਵਿੱਚ ਬਹੁਤ ਵੱਡੀ ਹਲਚਲ ਹੈ। ਹਲਚਲ ਇਸ ਕਰਕੇ ਕਿ ਦਿੱਲੀ ਦੀ ਜਿਹੜੀ ਟੀਮ ਹੈ ਪ੍ਰੋਫੈਸਰ ਸਾਹਿਬ, ਉਹ ਗੇੜੇ ਤੇ ਗੇੜਾ ਮਾਰ ਰਹੀ ਹੈ, ਜਾਂ ਏਦਾਂ ਕਹਿ ਲਓ ਕਿ ਉਹ ਫੀਡਬੈਕ ਇਕੱਠੀ ਕਰ ਰਹੀ ਹੈ। ਹਾਲਾਂਕਿ ਇੱਕ ਰਿਪੋਰਟ ਜਿਹੜੀ ਲੱਗੀ ਆ ਦੈਨਿਕ ਭਾਸਕਰ ਦੇ ਵਿੱਚ, ਉਹ ਲੁਧਿਆਣੇ ਦੀ ਲੱਗੀ ਹੈ। ਪਰ ਇਸ ਤੋਂ ਪਹਿਲਾਂ ਜਿਵੇਂ ਗੱਲ ਹੁੰਦੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਬ੍ਰਿਗੇਡ ਆ, ਉਹ ਵੀ ਫੀਡਬੈਕ ਲੈਂਦੀ ਵਿਧਾਇਕਾਂ ਦਾ। ਇਹ ਪੰਜਾਬੀ ਟ੍ਰਿਬਿਊਨ ਵਿੱਚ ਲੱਗੀ ਸੀ ਕਿਸੇ ਵੇਲੇ ਖਬਰ, ਆਪਾਂ ਉਹ ਤੇ ਬਹੁਤ ਚਰਚਾ ਕੀਤੀ ਸੀ। ਪਰ ਅੱਜ ਦੀ ਘੜੀ ਜਿਹੜਾ ਦਿੱਲੀੋਂ ਫੀਡਬੈਕ ਲੈਣਾ ਆ ਪੰਜਾਬ ਦੇ ਐਮਐਲਏਸ ਦਾ ਜਾਂ ਬਲਾਕ ਪ੍ਰਧਾਨਾਂ ਨੂੰ ਸੱਦ ਕੇ, ਇਹ ਬਹੁਤ ਸਾਰੇ ਸਵਾਲ ਖੜੇ ਕਰਦਾ। ਜਿਵੇਂ ਸੁਖਪਾਲ ਖਹਿਰਾ ਉਹਨਾਂ ਨੇ ਮੰਤਰੀ ਦਾ ਨਾਮ ਤਾਂ ਨਹੀਂ ਲਿਆ, ਪਰ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਨੇ ਕਸਰ ਵੀ ਕੋਈ ਨਹੀਂ ਛੱਡੀ। ਤੇ ਹੁਣ ਵੀ ਉਹ ਮੀਡੀਆ ਦੇ ਵਿੱਚ ਬਹੁਤ ਕੁਝ ਉਜਾਗਰ ਕਰ ਰਹੇ ਨੇ ਕਟਾਰੂ ਚੱਕੋਰਾਂ ਬਾਰੇ ਜਾਂ ਹੋਰ ਮੰਤਰੀਆਂ ਦੇ ਉੱਤੇ, ਜਿਸ ਤਰੀਕੇ ਨਾਲ ਅਸਿੱਧੇ ਢੰਗ ਦੇ ਨਾਲ ਉਹ ਨਾਮ ਤਾਂ ਨਹੀਂ ਲੈਂਦੇ, ਪਰ ਉਹ ਸਾਰਾ ਕੁਝ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਚੱਲ ਕੀ ਰਿਹਾ ਅੰਦਰ। ਇਹਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਚੁੱਪੀ, ਜਾਂ ਫਿਰ ਕੀ ਇਹ ਰਾਘਵ ਚੱਡਾ ਹੋਰਾਂ ਦੀ ਰਹਿਨੁਮਾਈ ਦੇ ਹੇਠ ਸਾਰਾ ਕੁਝ ਵਾਪਰ ਰਿਹਾ ਉੱਤੋਂ ਆ ਕੇ, ਜਾਂ ਫਿਰ ਇਹਨੂੰ ਕੌਣ ਹੈਂਡਲ ਕਰ ਰਿਹਾ ਪੰਜਾਬ ਨੂੰ? ਕੀ ਕੇਜਰੀਵਾਲ ਸਾਹਿਬ ਕੋਲ ਇੰਨਾ ਸਮਾਂ ਹੈ ਕਿ ਉਹ ਪੰਜਾਬ ਨੂੰ ਫੁੱਲ ਪ੍ਰੂਫ ਹੋ ਕੇ ਜਿਹੜਾ ਉਹ ਸਮਾਂ ਦੇ ਸਕਣ? ਜੀ ਸੁਖਵਿੰਦਰ, ਇਹ ਪਾਰਟੀ ਅਸਲ 'ਚ ਨਾ ਪਾਰਟੀ ਨਹੀਂ ਹੈ ਜਿਸ ਤਰ੍ਹਾਂ ਅਸੀਂ ਪੁਰਾਣੀ ਪਾਰਟੀ ਦੀ ਸਾਡੀ ਸਮਝ ਹੈ ਕਿ ਪਾਰਟੀਆਂ ਦੇ ਵਿੱਚ ਇਹ ਹੁੰਦਾ ਕਿ ਪਹਿਲਾਂ ਬੰਦਾ ਸਧਾਰਨ ਵਰਕਰ ਆ, ਫਿਰ ਉਹਨੂੰ ਸਰਪੰਚ ਲਾਤਾ, ਫਿਰ ਉਹਨੂੰ ਜਥੇਦਾਰ ਬਣਾਤਾ, ਫਿਰ ਉਹਨੂੰ ਸਰਕਲ ਜਥੇਦਾਰ, ਫਿਰ ਗਾਂਹ ਤੋਂ ਗਾਂਹ ਹੌਲੀ ਹੌਲੀ ਫਿਰ ਉੱਪਰ ਨੂੰ ਲੀਡਰਾਂ ਨੂੰ ਲੈ ਗਏ 15-20 ਸਾਲਾਂ 'ਚ, ਤੇ ਉਹਨਾਂ ਦਾ ਸਾਰਾ ਇੱਕ ਕਿਰਦਾਰ ਦਾ ਪਤਾ ਲੱਗ ਜਾਂਦਾ। ਇੱਥੇ ਇਸ ਤਰ੍ਹਾਂ ਨਹੀਂ ਹੈ। ਇੱਥੇ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਇੱਕ ਕੰਪਨੀ ਹੁੰਦੀ ਆ, ਹਰ ਵਾਰੀ ਟੈਂਡਰ ਫਲੋਟ ਕਰਦੀ ਆ, ਐਡਵਰਟਾਈਜ਼ਮੈਂਟ ਕਰਦੀ ਆ ਵੀ ਆਹ ਮਾਲ ਚਾਹੀਦਾ, ਜਿਹਨੇ ਜਿਹਨੇ ਆਉਣਾ ਉਹ ਆਪਣਾ ਅਪਲਾਈ ਕਰੋ। ਸਾਡੇ ਸ਼ੋਅ ਦੇ ਤੇ ਸ਼ੋਹਰਤ ਦੇ ਭੁੱਖੇ ਆਪਣੇ ਹੀ ਭਰਾਵਾਂ ਦੀ ਭਰਾ ਮਾਰ ਕਰਕੇ, ਭੈਣ ਮਾਰ ਕਰਕੇ ਅੱਗੇ ਪਹੁੰਚ ਜਾਂਦੇ ਆ। ਉਹ ਹਰ ਵਾਰੀ ਇੰਝ ਹੀ ਕਰਦੇ ਆ। ਹਰ ਚੋਣ ਤੋਂ ਪਹਿਲਾਂ ਇੱਕ ਬੋਲੀਆਂ ਲੱਗਦੀਆਂ, ਬੰਦੇ ਉਹਨਾਂ ਨੂੰ ਪੁੱਛਿਆ ਜਾਂਦਾ, ਭਾਈ ਤੁਹਾਨੂੰ ਅਸੀਂ ਆਪਣੀ ਝਾੜੂ ਵਾਲਾ ਚੋਣ ਨਿਸ਼ਾਨ ਦੇਣਾ, ਇਸ ਦੀ ਮਾਰਕੀਟ ਰੇਟ ਇਸ ਵੇਲੇ ਪੰਚਾਇਤ ਲਈ ਆ, ਮੇਅਰ ਲਈ ਆ ਹੈਗੀ ਆ, ਔਰ ਜੇ ਚੇਅਰਮੈਨ ਬਣਨਾ ਉਹਦਾ ਰੇਟ ਆ, ਸਾਰਾ ਕੁਝ ਉਹ ਫਿਰ ਉਸ ਹਿਸਾਬ ਨਾਲ, ਜੇ ਤੇ ਪਾਰਟੀ ਦਾ ਫੰਡ ਹੈਗਾ ਤਾਂ ਤੁਸੀਂ ਇਸ ਤਰੀਕੇ ਨਾਲ, ਉਹ ਆਪਣੇ ਕੋਲੋਂ ਇੰਝ ਕੋਈ ਵੱਡੀ ਖੁਰੀ ਵਾਲੀ ਗੱਲ ਨਹੀਂ ਹੈਗੀ ਕਿ ਕਿਸੇ ਨੂੰ ਬਰਾਈਬ ਕਰਨਾ। ਇਹ ਕਿਸੇ ਬੜੇ ਵਧੀਆ ਡੈਮੋਕ੍ਰੈਟਿਕ ਢਾਂਚੇ ਦੇ ਵਿੱਚ ਬੜੇ ਵਧੀਆ ਸ਼ਬਦ ਆ। ਜਿਵੇਂ ਆਪਣਾ ਬੀਜੇਪੀ ਵਾਲਿਆਂ ਨੇ ਸੁਖਵਿੰਦਰ ਇੱਕ ਉਹ ਕੱਢ ਲਿਆ ਆ ਕਿ ਕੀ ਕਹਿੰਦੇ ਉਹਨਾਂ ਨੂੰ, ਜਿਹੜੇ ਆਪਣੇ ਕੋਲ ਪੈਸੇ ਅੱਜ ਕੱਲ੍ਹ ਕਾਰਪੋਰੇਟ ਕਰੈਕਟਰਾਂ ਦੇ ਵਿੱਚੋਂ ਇਕੱਠੇ ਕੀਤੇ ਜਾਂਦੇ ਆ, ਉਹਨੂੰ ਐਫੀਡੈਵਿਟ ਨਹੀਂ ਕਹਿੰਦੇ ਹੈ। ਨਹੀਂ, ਪਾਰਟੀਆਂ ਦੇ ਜਿਹੜੇ ਸੁਖਵਿੰਦਰ ਫੰਡ ਕਾਰਪੋਰੇਟਾਂ ਤੋਂ ਪਾਰਟੀਆਂ ਲਈ ਲਏ ਜਾਂਦੇ ਆ, ਪ੍ਰਨੋਟ ਨਹੀਂ ਕਿਹਾ ਜਾਂਦਾ, ਮੇਰੇ ਮੂੰਹ 'ਚ ਉਹ ਸ਼ਬਦ ਆ ਰਿਹਾ, ਚਲੋ ਮੈਂ ਬਾਅਦ 'ਚ ਤੁਹਾਨੂੰ ਦੱਸ ਦੂੰਗਾ ਕੀ ਹੈ। ਉਹ ਪੈਸੇ ਗੁਪਤ ਵੱਡੇ ਪੱਧਰ ਤੇ ਦਾਨ ਹੋ ਜਾਂਦੇ ਆ, ਤੇ ਕੋਈ ਵੀ ਆਰਟੀਆਈ 'ਚ ਉਹ ਇਨਫੋਰਮੇਸ਼ਨ ਨਹੀਂ ਲਈ ਜਾਂਦੀ। ਇਸੇ ਤਰੀਕੇ ਨਾਲ ਇਹ ਇੱਕ ਇਹਨਾਂ ਦਾ ਅਲਟਰਨੇਟਿਵ ਤਰੀਕਾ ਹੈਗਾ, ਭਾਈ ਜਿਹਨੇ ਫਰੈਂਚਾਈਜ਼ ਦੀ ਲੈਣੀ ਹੈ ਸਾਡੀ, ਜਿਸ ਤਰ੍ਹਾਂ ਸਾਰੀਆਂ ਦਾ, ਜੇ ਤੁਸੀਂ ਮੈਕਡੋਨਲਡ ਖੋਲਣਾ ਜਾਂ ਹੋਰ ਕੋਈ ਖੋਲਣਾ ਹੈਗਾ ਤਾਂ ਉਹ ਸਾਰੇ ਤੁਹਾਨੂੰ ਆਪਣੇ ਪੈਸੇ ਦੇਣੇ ਪੈਂਦੇ ਉਹਨਾਂ ਦੇ ਫਰੈਂਚਾਈਜ਼ ਦੇ, ਤੇ ਉਹਦੇ ਰੂਲਸ ਵੀ ਫਾਲੋ ਕਰਨੇ ਪੈਂਦੇ ਆ, ਉਸ ਤਰੀਕੇ ਦਾ ਸਟਾਫ ਰੱਖਣਾ ਪੈਂਦਾ, ਸਾਰੇ ਰੂਲਸ ਬਾਈ ਲਾਜ਼ ਉਹਨਾਂ ਦੇ ਹੀ ਕੰਪਨੀ ਦੇ ਹੁੰਦੇ। ਇਹ ਕੇਜਰੀਵਾਲ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਹੈਗੀ ਆ, ਜਿਹਦਾ ਨਾਂ ਹੈਗਾ ਸੱਤਾ ਕਿਵੇਂ ਹਾਸਲ ਕਰਨੀ ਆ, ਉਹਦੀ ਕੰਪਨੀ ਆ, ਹੋਰ ਕੋਈ ਚੀਜ਼ ਨਹੀਂ ਹੈ, ਸੱਤਾ ਹਾਸਲ ਕਰਨ ਦੀ ਕੰਪਨੀ। ਇਹ ਵਧੀਆ ਗੱਲ ਆ ਕਿ ਤੁਸੀਂ ਛੋਟਾ ਐਵੇਂ ਕਾਰੋਬਾਰ ਕਰਦੇ ਆ, ਤੁਸੀਂ ਕਾਰੋਬਾਰੀਆਂ ਦਾ ਉੱਪਰ ਕਾਰੋਬਾਰ ਕਰੋ। ਇਹ ਤੇ ਵੱਡੀ ਸੋਚ ਹੈ ਕੇਜਰੀਵਾਲ ਦੀ, ਬੜੀ ਇੱਕ ਚੁਸਤੀ ਵਾਲੀ ਇੰਟੈਲੀਜੈਂਟ ਮੂਵ ਹੈਗੀ ਆ, ਜਿਹਦੇ ਵਿੱਚ ਅਸੀਂ ਬਾਰ-ਬਾਰ ਉਸ ਟਰੈਪ 'ਚ ਜਾਂਦੇ ਆ, ਕਿਉਂਕਿ ਥੱਲੇ ਕੰਪੀਟ ਹੋ ਰਿਹਾ ਸਿਸਟਮ ਸਾਰਾ, ਤੇ ਉੱਪਰ ਉਹ ਉੱਥੇ ਸੈਂਟਰਲਾਈਜ਼ਡ ਡਿਜੀਟਲਾਈਜ਼ਡ ਸਾਰਾ ਕੁਝ ਹੈ। ਸੰਦੀਪ ਪਾਠਕ ਉੱਥੇ ਬੈਠਾ, ਹੋਰ ਬੜੀਆਂ ਵੱਡੀਆਂ ਟੀਮਾਂ ਬੈਠੀਆਂ, ਪੰਜਾਬ 'ਚ ਟੀਮਾਂ ਬਿਠਾਈਆਂ, ਹੁਣੇ ਹੋਰ ਜਿਵੇਂ 2024 ਵਾਲੀਆਂ ਚੋਣਾਂ ਨੇੜੇ ਆਉਣੀਆਂ, ਪਹਿਲਾਂ 2-4 ਦਰਜਨ ਆਉਣਗੇ, ਫਿਰ 10 ਦਰਜਨ ਆਉਣਗੇ, ਫਿਰ 20 ਦਰਜਨ ਆਉਣਗੇ। ਇਸ ਤਰੀਕੇ ਨਾਲ ਉਹ ਸਾਰੀਆਂ ਟੀਮਾਂ ਦਿੱਲੀ ਵੱਲੋਂ ਆ ਕੇ ਲਗਾਤਾਰ ਸੋਸ਼ਲ ਮੀਡੀਆ ਦਾ ਵੀ ਕੰਮ ਕਰਨਗੀਆਂ, ਇਨਫੋਰਮੇਸ਼ਨ ਦੇਣ ਦੀਆਂ ਵੀ ਕਰਨਗੀਆਂ, ਇਨਫੋਰਮੇਸ਼ਨ ਨੂੰ ਗਾਂ ਥੱਲੇ ਤੱਕ ਪਹੁੰਚਾਉਣ ਦਾ ਵੀ ਕੰਮ ਕਰਨਗੀਆਂ। ਇਸ ਕਿਸਮ ਦਾ ਇਹਨਾਂ ਦਾ ਸਿਸਟਮ ਹੈ, ਬਿਲਕੁਲ ਕਾਰਪੋਰੇਟ
ਟਾਈਪ ਸਿਸਟਮ ਆ, ਉਹ ਹੁਣ ਚੋਣਾਂ ਸ਼ੁਰੂ ਹੋਣੀਆਂ, ਆ ਗਏ ਆ, ਟੀਮਾਂ ਆ ਗਈਆਂ। ਜਿਹੜੇ ਤੁਸੀਂ ਕਹਿ ਰਹੇ ਆ ਨਾ ਦੈਨਿਕ ਭਾਸਕਰ ਦੇ ਵਿੱਚ ਵੀ ਉਹਨਾਂ ਨੇ ਬਲਾਕ ਪ੍ਰਧਾਨਾਂ ਤੋਂ ਹੋਰਨਾਂ ਤੋਂ ਥੱਲੇ ਲੈਵਲ ਦੀ ਇਨਫੋਰਮੇਸ਼ਨ ਲੈਣੀ ਸ਼ੁਰੂ ਕਰਤੀ ਆ। ਜਿਹੜੇ ਪੁਰਾਣੇ ਆ ਉਹਨਾਂ ਨੂੰ ਪਤਾ, ਜਿਹੜੇ ਪਰਾਂ ਕੀਤੇ ਹੋਏ ਆ ਉਹ ਅੰਦਰ ਆਉਣਾ ਚਾਹੁੰਦੇ ਆ, ਤੇ ਉਹ ਆਪਣੇ ਬਲਾਕ ਪ੍ਰਧਾਨਾਂ ਦੇ ਵਿਰੁੱਧ ਵੀ ਦੱਸਣਗੇ ਤੇ ਹੋਰ ਸ਼ਿਕਾਇਤਾਂ ਚੁਗਲੀਆਂ ਚੰਗੀਆਂ ਲਾਉਣਗੇ, ਤੇ ਉਹ ਹਰ ਇੱਕ ਨੂੰ ਕੱਲੇ ਨੂੰ ਅੰਦਰ ਬੁਲਾਉਂਦੇ ਆ। ਹੁਣ ਇਹ ਨਹੀਂ ਪਤਾ ਲੱਗਦਾ ਬਾਹਰ ਵਾਲੇ ਨੂੰ ਬੈਠਾ ਕਿ ਕਿਹੜਾ ਅੰਦਰ ਕੀ ਚੁਗਲੀ ਕਰ ਆਇਆ। ਟੀਮ ਦਿੱਲੀ ਵਾਲੀ ਆ, ਇੱਥੇ ਉਹਨਾਂ ਨੇ ਸਾਰੇ ਕੱਲੇ ਕੋਲ ਪੁੱਛਣਾ ਵੀ ਦੱਸ ਦਿਓ ਕੋਈ ਹੈਗਾ, ਫਿਰ ਬਾਅਦ ਚ ਨਾ ਪਛਤਾਇਓ, ਤੁਸੀਂ ਕੀ ਚਾਹੁੰਦੇ ਹੋ ਉਹ ਵੀ ਦੱਸ ਦਿਓ। ਸਾਰਿਆਂ ਦੀਆਂ ਲਿਸਟਾਂ ਬਣਾ ਲੈਂਦੇ ਆ, ਉਹ ਬੜੇ ਅਬਜ਼ਰਵਰ ਤਕੜੇ ਹੈਗੇ ਆ ਇਸ ਗੱਲੋਂ। ਤੇ ਉਹ ਜਾ ਕੇ ਸਾਰਾ ਕੱਚਾ ਚਿੱਠਾ ਵੀ ਆ ਕਹਿੰਦਾ ਸੀ 8-10 ਸਵਾਲ ਉਹਨਾਂ ਨੇ ਸਟੈਂਡਰਡ ਰੱਖੇ, ਉਹ ਇਨਫੋਰਮੇਸ਼ਨ ਦਿੱਲੀ ਚ ਜਾ ਕੇ ਕੰਪਿਊਟਰ ਚ ਪਾ ਕੇ ਕੇਜਰੀਵਾਲ ਦੇ ਸਾਹਮਣੇ ਟੇਬਲ ਬਣਾ ਕੇ ਰੱਖ ਦੇਣਾ, ਭਾਈ ਥੱਲੇ ਦੀ ਹਾਲਤ ਆ ਹੁਣ ਦੱਸ ਅੱਗੇ ਕੀ ਕਰਨਾ। ਇਹ ਇਸੇ ਕਰਕੇ ਅਸੀਂ ਡੇ 1 ਤੋਂ ਕਹਿ ਰਹੇ ਸੀਗੇ ਕਿ ਇਹਦਾ ਸਾਰੇ ਦਾ ਸਾਰਾ ਪਾਰਟੀ ਦਾ ਕੰਟਰੋਲ ਦਿੱਲੀ 'ਚ ਆ, ਔਰ ਉਹਨਾਂ ਨੇ ਉੱਥੋਂ ਆਪਣੇ ਜਿਹੜੇ ਅਗਲੇ ਮੋਹਰੀ ਬੰਦੇ ਆ, ਮੋਹਤਵਾਰ ਬੰਦੇ ਆ, ਜਿਵੇਂ ਰਾਘਵ ਚੱਡਾ ਆ, ਹੋਰ ਉਹਨਾਂ ਨੂੰ ਇੱਥੇ ਬਿਠਾਇਆ ਤੇ ਉਹ ਲਗਾਤਾਰ ਮੋਨੀਟਰ ਕਰ ਰਹੇ। ਕੋਈ ਵੀ ਫਾਈਲ, ਕਿੰਨੀ ਵਾਰੀ ਆਪਾਂ ਕਿਹਾ ਕਿ ਭਗਵੰਤ ਮਾਨ ਕੋ ਜਾਏ ਨਾ ਜਾਏ, ਉਹ ਰਾਘਵ ਚੱਡੇ ਕੋ ਜਾਣਾ ਹੀ ਜਾਣੀ ਆ, ਔਰ ਉਹਨੂੰ ਬਕਾਇਦਾ ਘਰ ਦਿੱਤਾ ਹੋਇਆ, ਬਕਾਇਦਾ ਕੋਠੀ ਮਿਲੀ ਹੋਈ ਆ, ਨੇੜੇ ਹੀ ਚੀਫ ਮਿਨਿਸਟਰ ਦੇ ਮਿਲੀ। ਇਹ ਸਾਰੀਆਂ ਲੋਕੀ ਤਾਂ ਨੰਬਰ ਵੀ ਲਈ ਫਿਰਦੇ ਕੋਠੀ ਦਾ, ਉਸ ਤਰ੍ਹਾਂ ਹੀ ਸਿਕਿਉਰਿਟੀ ਮਿਲੀ ਹੋਈ ਆ। ਇਹ ਸਾਰਾ ਕੰਮ ਚੱਲ ਰਿਹਾ ਅੰਗਰੇਜ਼ਾਂ ਦੀ ਤਰਜ਼ ਤੇ। ਅੰਗਰੇਜ਼ਾਂ ਨੇ ਗਵਰਨਰ ਲਾਏ ਸੀਗੇ, ਜਿਹੜੇ ਅੱਜ ਤੱਕ ਹੁਣ ਰੋਜ਼ ਪੰਗਾ ਪੈਂਦਾ ਭਗਵੰਤ ਮਾਨ ਚੀਫ ਮਿਨਿਸਟਰ ਸਾਹਿਬ ਨਾਲ, ਤੇ ਇਸ ਤਰ੍ਹਾਂ ਇਹ ਕੇਜਰੀਵਾਲ ਦੇ ਗਵਰਨਰ ਆ, ਜਿਹੜੇ ਸਿੱਧੀ ਇਨਫੋਰਮੇਸ਼ਨ ਰੋਜ਼ ਡੇਲੀ ਮੋਨੀਟਰ ਵੀ ਕਰਦੇ ਆ, ਪਹੁੰਚਾਉਂਦੇ ਵੀ ਆ, ਤੇ ਥੱਲੇ ਲੈ ਕੇ ਵੀ ਆਉਂਦੇ ਦਿੱਲੀ ਦੀ ਇਨਫੋਰਮੇਸ਼ਨ। ਇਹਦੀ ਤੁਸੀਂ ਸਮਝ ਲਓ ਹੁਣ ਤਿਆਰੀ ਹੋ ਗਈ ਆ। ਜਿਹਨੇ ਮੱਕੜ ਜਾਲ 'ਚ ਫਸਣਾ, ਉਹਨਾਂ ਦਾ ਹੁਣ ਨੂੰ ਆਪਾਂ ਕੁਝ ਨਹੀਂ ਕਰ ਸਕਦੇ, ਉਹ ਫਸੀ ਜਾਣ। ਜਿਸ ਤਰੀਕੇ ਨਾਲ ਲਾਸਟ ਮੂਮੈਂਟ ਤੇ ਕਾਂਗਰਸ ਤੋਂ ਚੱਕ ਕੇ ਲੈ ਨਹੀਂ ਆਂਦਾ ਉਹ ਜਿਹੜਾ ਮੁੰਡਾ ਜਲੰਧਰ ਦੇ ਉੱਤੋਂ ਹੁਣ ਪਾਰਲੀਮੈਂਟ ਦੇ ਵਿੱਚ ਲੋਕ ਸਭਾ 'ਚ ਗਿਆ, ਹਾਂਜੀ ਨੀਲ ਕੁਮਾਰ ਰਿੰਕੂ ਤੁਹਾਡਾ ਰੱਬ ਭਲਾ ਕਰੇ। ਰਿੰਕੂ ਜਿਹੜਾ ਆ, ਦੇਖੋ ਤੁਸੀਂ, ਇਹ ਕੋਈ ਪੋਲਿਟਿਕਸ ਹੈ ਯਾਰ? ਕਿਤੇ ਵੀ ਬੰਦਾ ਕਿਤੇ ਵੀ ਪੱਟ ਕੇ ਲਿਆਓ, ਆਪਣਾ ਕੰਮ ਚੱਲਣਾ ਚਾਹੀਦਾ ਬਸ। ਗੱਡੀ ਕਿਸੇ ਦੀ ਵੀ ਹੋਵੇ, ਆਪਾਂ ਦਿੱਲੀ ਪਹੁੰਚਣਾ ਤੇ ਕਿਸੇ ਦੇ ਵੀ ਚੜਾ ਦਿਓ ਸਾਨੂੰ, ਬਸ ਦਿੱਲੀ ਪਹੁੰਚਾ ਦਿਓ। ਉਹ ਕੰਮ ਆ ਵੀ ਉੱਥੇ ਪਾਰਲੀਮੈਂਟ 'ਚ ਬੰਦੇ ਚਾਹੀਦੇ ਆ, ਕਿਸੇ ਵੀ ਤਰੀਕੇ ਨਾਲ ਚੱਕ ਕੇ ਨਗ ਪੂਰਾ ਕਰਕੇ ਉੱਥੇ ਪਹੁੰਚਾ ਦਿਓ। ਇਹ ਹੁਣ ਚੱਲ ਪਿਆ, ਇਹ ਦੇਖਦੇ ਆ 2 ਵਜੇ ਸ਼ੁਰੂਆਤ ਹੈਗੀ ਆ। ਪਰ ਤੁਸੀਂ ਜਾਣਦੇ ਆ ਗੋਲਡੀ ਦਾ ਫਿਰੋਜ਼ਪੁਰ ਵੱਲ, ਉੱਥੇ ਵੀ ਰੌਲਾ ਰੱਪਾ। ਇਹ ਹੁਣ ਇਹਨਾਂ ਦਾ 2 ਮਹੀਨੇ ਰੌਲਾ ਰੱਪਾ ਚੱਲੂਗਾ। ਫਿਰ ਰੌਲੇ ਰੱਪੇ ਦੇ ਵਿੱਚੋਂ ਜਿਸ ਤਰ੍ਹਾਂ ਹੁੰਦਾ ਨਾ ਸ਼ਿਕਾਰ ਕੱਢਣੇ ਆ, ਇਹਨਾਂ ਨੇ ਸ਼ਿਕਾਰ ਕੱਢਣੇ ਆ, ਉਠਾਉਣੇ ਆ, ਨਵੇਂ ਲਿਆਉਣੇ ਆ, ਪਹਿਲਿਆਂ ਨੂੰ ਦਬਕੇ ਮਾਰਨੇ ਆ, ਜਿਹਦੀਆਂ ਚਾਪਲੂਸੀਆਂ ਪਰਫਾਰਮੈਂਸ ਉਹਨਾਂ ਨੂੰ ਲੱਗੂਗੀ, ਜਾਂ ਜਿਹੜਾ ਪੈਸਾ ਲੈ ਆਊਗਾ, ਜਿਹੜਾ ਹੋਰ ਵੱਡਾ ਭਰੋਸਾ ਦੇ ਦੂਗਾ, ਉਸ ਕਿਸਮ ਦਾ ਕੰਮ ਸਾਰਾ 2 ਮਹੀਨਿਆਂ ਤੋਂ ਬਾਅਦ ਇਹ ਫਿਰ ਜ਼ੀਰੋ ਇਨ ਕਰ ਲੈਣਗੇ ਕਿ ਕਿਹੜੇ ਬੰਦੇ ਨੂੰ ਫਾਈਨਲੀ ਅਸੀਂ ਇੱਥੇ ਇਸ ਇਲੈਕਸ਼ਨ 'ਚ ਉਤਾਰਨਾ। ਬੜੀ ਅਫਸੋਸ ਵਾਲੀ ਗੱਲ ਆ ਕਿ ਅਸੀਂ ਇੱਕ ਨਵੀਂ ਕਿਸਮ ਦੀ ਸੋਲਿਡ ਪੰਜਾਬ ਹੇਤੂ ਰਾਜਨੀਤੀ ਚਾਹੁੰਦੇ ਸੀ। ਇਹ ਇੱਥੇ ਸੱਤਾ ਕਿਵੇਂ ਸਾਰੇ ਦੇਸ਼ 'ਚੋਂ ਇਕੱਠੇ ਕਰਕੇ ਕੇਜਰੀਵਾਲ ਦੀ ਜੇਬ 'ਚ ਪਾਉਣੀ ਆ, ਬਿਲਕੁਲ ਤਰੀਕਾ ਥੋੜਾ ਜਿਹਾ ਲੱਗ ਗਿਆ। ਉੱਥੇ ਬੀਜੇਪੀ 'ਚ RSS ਆ, ਇੱਥੇ ਲੋਕਾਂ 'ਚੋਂ ਕੱਢ ਲੈਂਦੇ ਆ। ਮਤਲਬ ਅੱਜ ਕੱਲ੍ਹ ਸੋਸ਼ਲ ਮੀਡੀਆ ਆ ਗਿਆ ਨਾ, RSS ਦੀ ਲੋੜ ਨਹੀਂ ਹੈਗੀ, ਸਾਰਿਆਂ ਦੇ ਫੋਨ ਉੱਥੇ ਪਏ ਆ, ਹੋਰ ਫੋਨ ਇਕੱਠੇ ਕੀਤੇ ਜਾਂਦੇ ਆ, ਤੇ ਇਨਫੋਰਮੇਸ਼ਨ ਉਹ RSS ਦਾ ਕੰਮ ਅੱਜ ਕੱਲ੍ਹ ਡਿਜੀਟਲ ਇਨਫੋਰਮੇਸ਼ਨ ਸੋਸ਼ਲ ਮੀਡੀਆ ਤੋਂ ਡਾਇਰੈਕਟ ਕੰਟੈਕਟ ਤੋਂ ਲੈ ਲਿਆ ਜਾਂਦਾ, ਕਿਉਂਕਿ ਉਹ ਵੀ ਤੇ ਇਹੋ ਹੀ ਕੰਮ ਕਰਦੇ ਨਾ, ਉੱਪਰਲੀ ਇਨਫੋਰਮੇਸ਼ਨ ਥੱਲਿਓਂ ਵਾਲੀ ਉੱਪਰ। ਹੁਣ ਉਸ ਤਰੀਕੇ ਦੀ ਇਹ ਪੋਲਿਟਿਕਸ ਪੈਰਲਲ, ਪਰ ਇਹ ਖਤਰਨਾਕ, ਬਹੁਤ ਖਤਰਨਾਕ ਪੋਲਿਟਿਕਸ ਹੈਗੀ ਆ, ਜਿਹਦੇ ਵਿੱਚ ਤੁਸੀਂ ਇੱਕ ਟੋਟਲ ਕੇਂਦਰੀਕਰਨ ਸੱਤਾ ਦਾ ਇੱਕ ਬੰਦੇ ਦੇ ਹੱਥ ਵਿੱਚ ਕਰਕੇ ਤੇ ਸਾਰੀ ਪਾਰਟੀ ਨੂੰ ਚਲਾਉਣਾ ਚਾਹੁੰਦੇ। ਜੀ ਬਿਲਕੁਲ। ਇਹਦੇ ਵਿੱਚ ਪ੍ਰੋਫੈਸਰ ਸਾਹਿਬ ਗੱਲ ਇਹ ਵੀ ਹੈ ਨਾ ਕਿ ਸਰਕਾਰ ਜਿੱਡੇ ਮਰਜ਼ੀ ਦਾਅਵੇ ਕਰੀ ਜਾਏ, ਫੌਜਾ ਸਿੰਘ ਸਰਾਰੀ ਜਿਵੇਂ ਸਿਆਸਤ ਦੇ ਵਿੱਚ ਹੁੰਦਾ ਨਾ ਕਿ ਸੁਖਬੀਰ ਸਿੰਘ ਬਾਦਲ ਹੋ ਰਹੀ ਜਾਂ ਹੋਰ ਵੀ ਸਿਆਸਤਦਾਨ ਜਿਹੜੇ ਉਹ ਹਮੇਸ਼ਾ ਗੱਲ ਕਰਦੇ ਨੇ ਕਿ ਲਾਲ ਡਾਇਰੀ ਪਈ ਹੈ, ਨਾਮ ਨੋਟ ਹੋ ਰਹੇ ਨੇ। ਮੈਨੂੰ ਏਦਾਂ ਲੱਗਦਾ ਕਿ ਲੋਕਾਂ ਨੇ ਇੱਕ ਚਿੱਟੀ ਡਾਇਰੀ ਲਾਲੀ ਹੋਣੀ ਤੇ ਉਹਦੇ ਵਿੱਚ ਕਾਲੇ ਅੱਖਰਾਂ ਦੇ ਨਾਲ ਇਹ ਨਾਮ ਅੰਕਿਤ ਹੋਣਗੇ ਕਿ ਕਿਹਨੇ ਕੀ ਕੀਤਾ। ਫੌਜਾ ਸਿੰਘ ਸਰਾਰੀ ਦੇ ਮਸਲੇ 'ਚ ਇਹਨਾਂ ਦੀ ਪਾਰਟੀ ਦਾ ਵਰਕਰ ਹੀ ਸੀਗਾ ਕੋਈ, ਉਹਨੇ ਹੀ ਸਾਰੀ ਆਡੀਓ ਲੀਕ ਕਰਤੀ, ਫਿਰ ਉਹਨੇ ਸਾਰੇ ਭੇਦ ਖੋਲ ਤੇ ਉਦੋਂ ਬਾਅਦ ਕੁਰਸੀ ਵੀ ਗਵਾਉਣੀ ਪਈ, ਸਰਕਾਰ ਤੇ ਵੀ ਦਾਗ ਲੱਗਿਆ। ਪਰ ਹੋਰ ਵੀ ਬਹੁਤ ਬੈਠੇ ਨੇ ਜਿਹੜੇ MLA ਜਿਨ੍ਹਾਂ ਦੇ ਖਿਲਾਫ ਚਾਰਜ ਸ਼ੀਟਾਂ ਪੇਸ਼ ਹੋ ਗਈਆਂ ਤੇ ਬੜੀ ਢੀਠਤਾਈ ਦੇ ਨਾਲ ਜਿਹੜੀ ਪਾਰਟੀ ਉਹਨਾਂ ਨੂੰ ਸਹਿਣ ਕਰ ਰਹੀ ਹੈ। ਕੈਬਨਿਟ ਮੰਤਰੀ ਰਹੇ ਵਿਜੇ ਸਿੰਗਲਾ, ਉਹਨਾਂ ਦੀ ਗੱਲ ਆਈ, ਉਹਨਾਂ ਤੇ ਜਿਹੜੇ ਇਲਜ਼ਾਮ ਮੁੱਖ ਮੰਤਰੀ ਸਾਹਿਬ ਤੇ ਆਪ ਕਹਿੰਦੇ ਸੀ ਕਿ ਮੈਨੂੰ ਸਾਰਾ ਕੁਝ ਦੱਸ ਕੇ ਗਿਆ। ਚਲੋ ਖੈਰ, ਤੁਸੀਂ ਇਸ ਗੱਲ ਨੂੰ ਜੇ ਅੱਗੇ ਤੋਰਨਾ ਤੋਰ ਲਿਓ, ਪਰ ਮੈਂ
ਨਾਲ ਸਵਾਲ ਜਿਹੜਾ ਕਰਨ ਲੱਗਿਆ, ਮੁੱਖ ਮੰਤਰੀ ਭਗਵੰਤ ਮਾਨ ਇਹ ਦਾਅਵਾ ਕਰ ਰਹੇ ਨੇ, ਉਹ ਸ਼ੁਰੂ ਤੋਂ ਹੀ ਕਹਿੰਦੇ ਨੇ, ਪਹਿਲਾਂ ਹੀ ਕਹਿੰਦੇ ਨੇ, ਦੂਜਿਆਂ ਨੂੰ ਤਾਂ ਕਹਿੰਦੇ ਸੀ ਕਿ ਉਹ ਪੀਪਾ ਮੰਤਰੀ ਹੈ, ਖਜ਼ਾਨਾ ਨਹੀਂ, ਇਹਨੂੰ ਪੀਪਾ ਕਹਿ ਦਿਓ। ਹੁਣ ਇਹ ਦਾਅਵਾ ਕਰਦੇ ਨੇ ਕਿ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ, ਸਾਡੀ ਨੀਤ ਸਾਫ਼ ਹੋਣੀ ਚਾਹੀਦੀ ਹੈ। ਕਿਆ ਕਿੱਥੇ ਆ? 12,710 ਟੀਚਰਾਂ ਨੂੰ ਕਹਿੰਦੇ ਰੈਗੂਲਰ ਕਰ ਰਹੇ ਆ ਅਸੀਂ, ਪਰ ਦੂਜੇ ਬੰਨੇ ਜਿਹੜਾ ਅਧਿਆਪਕਾਂ ਦਾ, ਟੀਚਰਾਂ ਦਾ, ਜਿਹੜੀ ਜਥੇਬੰਦੀਆਂ ਨੇ ਉਹਨਾਂ ਦਾ ਰੋਸ ਹੈ ਉਹ ਵੀ ਸਾਹਮਣੇ ਆ ਰਿਹਾ। ਹੁਣ ਇਹ ਸਰਕਾਰ ਦੇ ਉੱਤੇ ਸਵਾਲ ਉੱਠਦਾ ਹੈ ਕਿ ਕੀ ਤੁਸੀਂ ਵਾਕਈ ਅੱਗੇ ਆਉਣ ਵਾਲੀਆਂ ਚੋਣਾਂ ਨੂੰ ਹਥਿਆਉਣ ਦੇ ਵਾਲੇ ਪਾਸੇ ਤੁਰ ਰਹੇ ਹੋ? ਇਹ ਟੀਚਰ ਕਹਿ ਰਹੇ ਨੇ। ਟੀਚਰਾਂ 'ਚ ਦੋ ਕਿਸਮ ਦੇ ਬੰਦੇ ਹੈਗੇ ਆ। ਇੱਕ ਤੇ ਉਹ ਟੀਚਰ ਹੈਗੇ, ਭਾਵੇਂ ਔਰਤਾਂ ਭਾਵੇਂ ਮਰਦ ਹੈਗੇ, ਜਿਨ੍ਹਾਂ ਨੂੰ ਬਿਲਕੁਲ ਵਿਚਾਰਗੀ ਬਿਲਕੁਲ ਨਿਆਸਰੇ ਤੇ ਜਿਵੇਂ ਇੰਝ ਲੱਗਦਾ ਸੀ ਕਿ ਸਾਡੀ ਬਾਂਹ ਕੋਈ ਫੜਨ ਵਾਲਾ ਨਹੀਂ, ਭਈ ਕੁਛ ਤੇ ਸਾਨੂੰ ਦਿਓ, ਕੁਛ ਤੇ ਬਚਾਓ। ਇੱਕ ਤੇ ਉਸ ਕਿਸਮ ਦੀ ਇੱਕ ਹੈਗੇ ਆ ਉਹਨਾਂ 'ਚ ਧੜਾ, ਔਰ ਉਹਨਾਂ ਨੂੰ ਤੇ ਲੱਗਦਾ ਕਿ ਚਲੋ ਯਾਰ ਕੁਛ ਨਾ ਕੁਛ ਤੇ ਮਿਲੇ ਹੀ ਗਿਆ। ਪਹਿਲਾਂ ਸਾਨੂੰ ਜਿਹਨੂੰ 9,500 ਮਿਲਦਾ ਸੀ, 21,000 ਜਾਂ 20,000 19,000 ਜਿੰਨਾ ਵੀ ਮਿਲ ਗਿਆ, ਉਹ ਦੁੱਗਣੇ 'ਚ ਤੁਸੀਂ ਦੁੱਗਣਾ ਕਰਕੇ ਜਿੰਨਾ ਪਹਿਲਾਂ ਮਿਲ ਰਿਹਾ ਸੀ ਉਹ 'ਚ 1,500 ਜੋੜ ਲਓ ਤੇ ਉਹ ਅੱਜ ਦੀ ਸੈਲਰੀ ਬਣ ਜਾਂਦੀ ਹੈ। ਜਿਨ੍ਹਾਂ ਨੂੰ 11 10.5 ਸੀਗਾ ਉਹਨਾਂ ਨੂੰ 22 22.5 ਇਸ ਤਰੀਕੇ ਨਾਲ ਮਿਲਣ ਲੱਗ ਗਿਆ। ਤੇ ਖੈਰ ਇਹ ਤੇ ਉਹਨਾਂ ਨੂੰ ਨੈਟ ਫਾਇਦਾ ਤੇ ਹੈ ਹੀ ਹੈ ਕਿ ਤੁਸੀਂ ਰਾਤੋਂ ਰਾਤ ਜਿਹੜਾ ਪਹਿਲਾਂ ਮਿਲਦਾ ਸੀ ਉਹ ਦੁੱਗਣੀ ਤਨਖਾਹ ਹੈਗੀ। ਪਰ ਟੀਚਰ ਇਹ ਨਹੀਂ ਸੋਚ ਪਾ ਰਹੇ ਕਿ ਇਹ ਅੱਜ ਦੀ ਤਰੀਕ ਦੇ ਵਿੱਚ ਇੱਕ ਜਿਹੜਾ ਬਿਲਕੁਲ ਅਨਸਕਿਲਡ ਮਜ਼ਦੂਰ ਆ, ਜਿਹੜਾ ਹੱਥਲਾ ਕੰਮ ਕਰਦਾ, ਉਸ ਦੀ ਤਨਖਾਹ ਵੀ ਚੰਗੇ ਸੂਬਿਆਂ ਦੇ ਵਿੱਚ ਇੰਨੀ ਹੈ, ਇਹ ਤੋਂ ਘੱਟ ਨਹੀਂ ਹੈ। ਜਿਹੜੀ ਟ੍ਰਾਈਪਾਰਟਾਈਟ ਮੀਟਿੰਗਾਂ ਦੇ ਵਿੱਚ ਹੋ ਕੇ ਹੁੰਦੀ ਹੈ ਉਹ 27-28,000 ਰੁਪਇਆ ਰਿਕਮੈਂਡੇਸ਼ਨ ਹੁੰਦੀ ਹੈ, ਜਿਹਦੇ ਵਿੱਚ ਟ੍ਰੇਡ ਯੂਨੀਅਨਾਂ, ਸਰਕਾਰ ਤੇ ਕਾਰਪੋਰੇਟਾਂ ਦੇ ਨੁਮਾਇੰਦੇ ਮਿਲ ਕੇ ਤੈਅ ਕਰਦੇ ਆ। ਜਿਹੜੀ ਉਹ ਨੈਗੋਸ਼ੀਏਟ ਹੁੰਦੀ ਆ, ਉਹ ਇੰਨੀ ਹੈਗੀ। ਤੇ ਇਹਨਾਂ ਦਾ ਇਹ ਤੇ ਜ਼ਰੂਰ ਹੈ ਕਿ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ, ਉਹਦੀ ਖੁਸ਼ੀ ਹੈਗੀ ਆ। ਇਹਨਾਂ ਨੂੰ ਛੇਤੀ ਜੁਆਇਨ ਕਰਨ ਤੋਂ ਬਾਅਦ ਉਹ ਜਿਹੜੀ ਨਿਰਾਸ਼ਤਾ ਉਹ ਸਾਹਮਣੇ ਨਜ਼ਰ ਆਉਣ ਲੱਗ ਜਾਣੀ। ਉਹ ਨਿਰਾਸ਼ਤਾ ਕੀ ਹੋਣੀ ਆ? ਇਹਨਾਂ ਨੇ ਵੀ ਉਹੀ ਕੰਮ ਕਰਨਾ, ਉਨੇ ਘੰਟੇ ਕੰਮ ਕਰਨਾ, ਸਗੋਂ 4 ਘੰਟੇ ਵੱਧ ਹੀ ਕਰਨਗੇ ਹਫ਼ਤੇ 'ਚ। ਤੇ ਜਦ ਕਿ ਜਿਹੜੇ ਇਹਨਾਂ ਦੇ ਬਰਾਬਰ ਤੇ ਸੱਚੀ ਮੁੱਚੀ ਰੈਗੂਲਰ ਪੋਸਟ ਤੇ ਆ, ਉਹਨਾਂ ਦੀ ਤਨਖਾਹ ਹੋਣੀ ਆ ਕਿਸੇ ਦੀ 52,000, ਕਿਸੇ ਦੀ 60,000, ਕਿਸੇ ਦੀ 65,000। ਇਹਨਾਂ ਨੂੰ ਲੱਗਣਾ ਯਾਰ ਕੰਮ ਬਰਾਬਰ ਦਾ, ਸਾਨੂੰ 22 ਕਿਉਂ ਮਿਲਦੇ ਆ, ਉਹਨਾਂ ਨੂੰ ਸਾਡੇ ਤੋਂ 40,000 ਰੁਪਇਆ ਮਹੀਨਾ ਵੱਧ ਕਿਉਂ ਮਿਲ ਰਹੇ ਆ। ਇਹ ਇੱਕ ਨਵੀਂ ਮੁਸੀਬਤ ਇਹਨਾਂ ਦੀ ਆਪਣੇ ਪੱਧਰ ਤੇ ਖੜੀ ਹੋਊਗੀ। ਉਹ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਹੈ ਇਕੁਅਲ ਪੇ ਇਕੁਅਲ ਵਰਕ, ਉਹਦੇ ਤੇ ਫਿਰ ਪੂਰੇ ਝੰਡੇ ਬੁੰਗੇ ਜਾਂ ਜਿਸ ਤਰੀਕੇ ਨਾਲ ਵੀ ਮੋਰਚੇਬੰਦੀ ਸਾਰੀ ਇਹ ਹੋਊਗੀ। ਦੂਜੇ ਪਾਸੇ ਇੱਕ ਦੂਜੀ ਕੈਟੇਗਰੀ ਹੈ ਟੀਚਰਾਂ ਦੀ, ਜਿਹੜੇ ਇਸ ਗੱਲ ਨੂੰ ਮੈਚੁਰ ਢੰਗ ਨਾਲ, ਟ੍ਰੇਡ ਯੂਨੀਅਨਿਸਟ ਮਾਈਂਡ ਹੈਗੇ ਆ, ਕਾਨੂੰਨਨ ਮਾਈਂਡ ਹੈਗੇ ਆ, ਉਹ ਸਮਝਦੇ ਆ। ਉਹ ਇਸ ਗੱਲ ਤੇ ਖੁਸ਼ੀਆਂ ਤੇ ਨਹੀਂ ਬਣਾ ਰਹੇ। ਉਹ ਕਹਿ ਰਹੇ ਕਿ ਅਸੀਂ ਤੇ 30 ਤਰੀਕ ਨੂੰ ਇਹ ਜਿਹੜੀਆਂ ਕਾਪੀਆਂ ਪੱਕੀਆਂ ਹੋਣ ਵਾਲੀਆਂ ਆ ਸਾੜਾਂਗੇ, ਫੂਕਾਂਗੇ, ਜਾਣੀ ਕੱਲ ਨੂੰ ਅਸੀਂ ਉਸ ਗੱਲ ਨੂੰ ਸਾੜਾਂਗੇ ਕਿ ਸਾਡੇ ਨਾਲ ਮਜ਼ਾਕ ਹੋਇਆ, ਸਾਡੇ ਨਾਲ ਧੱਕਾ ਹੋਇਆ। ਇਹੀ ਗੱਲ ਹੈ ਜਿਹੜੇ ਟੀਚਰ ਸਮਰਾਲੇ ਦੇ ਵਿੱਚ ਬੈਠੇ ਆ, ਕੱਚੇ ਟੀਚਰ ਜਾਂ ਹੋਰ ਕਈ ਕੈਟੇਗਰੀ ਦਾ ਸਾਥ ਉਹਨਾਂ ਨੂੰ। ਇੱਕ ਤੇ 1.5 ਮਹੀਨਾ ਹੋ ਗਿਆ ਟੈਂਕੀ ਤੇ ਹੈ ਪਿੰਡ ਇੱਕ ਭਾਦਸੋਂ, ਕਿ ਕਿਉਂ ਇਹੋ ਜਿਹਾ ਪਿੰਡ ਨਾਂ ਦਾ ਹੈਗਾ, ਮੈਨੂੰ ਭਲਾ ਜਿਹਾ ਪਿੰਡ ਹੈ ਸੰਗਰੂਰ 'ਚ, ਤੇ ਥੱਲੇ ਟੀਚਰ ਉਹਨਾਂ ਦੇ ਬੈਠੇ ਆ 1.5 ਮਹੀਨਾ ਹੋ ਗਿਆ। ਉਹ ਕਹਿੰਦੇ ਆ ਕਿ ਸਾਡੇ ਨਾਲ ਇਹ ਕੋਝਾ ਮਜ਼ਾਕ ਆ। ਕੋਈ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਤੇ ਕਿਸੇ ਜਰਨਲਿਸਟ ਨੇ ਇੱਕ ਟੀਚਰ ਨੂੰ ਫੋਨ ਤੇ ਵਧਾਈ ਦਿੱਤੀ। ਉਹ ਕਹਿੰਦਾ ਭਾਈ ਵਧਾਈ ਹੋਏ। ਉਹ ਕਹਿੰਦਾ ਕਾਹਦੀ ਵਧਾਈ ਦੇ ਰਹੇ ਆ? ਕਹਿੰਦੇ ਤੁਸੀਂ ਪੱਕੇ ਹੋ ਗਏ, ਇੰਨੇ ਸਾਲ ਹੋ ਗਏ ਤੁਹਾਨੂੰ। ਕਹਿੰਦਾ ਪਤਾ ਨਹੀਂ ਯਾਰ, ਸਾਨੂੰ ਤੇ ਐਂ ਲੱਗਦਾ ਪਤਾ ਨਹੀਂ ਲੋਕ ਸਾਨੂੰ ਖੁਸ਼ੀ ਦੀ ਵਧਾਈ ਦੇ ਰਹੇ ਆ ਕਿ ਸਾਨੂੰ ਮਜ਼ਾਕ ਕਰ ਰਹੇ ਆ ਤੇ ਸਾਡੇ ਮਜ਼ਾਕ ਉਡਾ ਰਹੇ ਆ। ਇਸ ਗੱਲ ਦਾ ਸਾਨੂੰ ਸਮਝ ਨਹੀਂ ਪੈ ਰਹੀ। ਇਹ ਸੱਚੀ ਮੁੱਚੀ ਇਹੋ ਜਿਹਾ ਮਾਹੌਲ ਬਣਿਆ। ਕਿਸੇ ਨੂੰ ਅਤਿਅੰਤ ਭੁੱਖਾ ਰੱਖ ਕੇ ਤੁਸੀਂ ਜਿਹੜਾ ਵੀ ਲੱਸੀ ਦਾ ਗਲਾਸ ਦੇ ਦੋਗੇ ਉਹ ਤੁਹਾਡਾ ਸ਼ੁਕਰਗੁਜ਼ਾਰ ਤੇ ਹੋਊਗਾ, ਪਰ ਲੱਸੀ ਦਾ ਗਲਾਸ ਪੀਣ ਤੋਂ ਬਾਅਦ ਕਹੂਗਾ ਵੀ ਉਹ ਜਿਹੜੀ ਯਾਰ ਬਾਕੀ ਦਿਆਂ ਨੂੰ ਥਾਲੀ 'ਚ ਰੋਟੀ ਮਿਲਦੀ ਆ ਉਹਦਾ ਕੀ ਹੈ। ਉਸ ਗੱਲ ਲਈ ਹੁਣ ਸਰਕਾਰ ਅਗਲੇ ਕਦਮ ਲਈ ਤਿਆਰ ਰਹੇ। ਉਹ ਇਹਨਾਂ ਨੂੰ ਇਲੈਕਸ਼ਨਾਂ ਦਾ ਇੱਕ ਪਿਉਂਤੜਾ ਸਮਝਦੇ ਆ ਟੀਚਰ, ਔਰ ਦੇਖਦੇ ਆ ਕਿ ਇਹਦਾ ਇਲੈਕਸ਼ਨ 'ਚ ਵੋਟਾਂ ਇਹਨਾਂ ਦੇ ਪਾਸੇ ਝੁਕਾਉਣ ਦੇ ਵਿੱਚ ਕਿੰਨਾ ਕੁ ਅਸਰ ਹੁੰਦਾ। ਬਿਲਕੁਲ ਬਿਲਕੁਲ। ਅਰਵਿੰਦ ਕੇਜਰੀਵਾਲ ਹੋਰੀ ਇਸ ਉੱਤੇ ਟਵੀਟ ਕਰ ਰਹੇ ਨੇ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਜੋ ਵਾਅਦਾ ਕੀਤਾ, ਜੋ ਗਰੰਟੀਆਂ ਦਿੱਤੀਆਂ ਜਾਂ ਉਹ ਕਹਿੰਦੇ ਪੂਰੀਆਂ ਕਰ ਰਹੇ ਆ। ਜਿਹੜੇ ਸਿੱਖਿਅਕ ਨੇ, ਅਧਿਆਪਕ ਨੇ, ਉਹਨਾਂ ਨੂੰ ਵੀ ਵਧਾਈ, ਪੰਜਾਬੀਆਂ ਨੂੰ ਵੀ ਵਧਾਈ। ਖਾਸ ਗੱਲ ਉਹਨਾਂ ਨੇ ਉਹਦੇ ਵਿੱਚ ਇਹ ਕਹੀ ਹੈ ਕਿ ਪੰਜਾਬ ਦੇ ਵਿੱਚ ਇਮਾਨਦਾਰ ਸਰਕਾਰ ਹੈ। ਹੁਣ ਤੱਕ ਜਿਹੜਾ ਜੋ ਵੀ ਕੰਮ ਕਰ ਰਹੀ ਹੈ ਉਹ ਇਮਾਨਦਾਰ ਸਰਕਾਰ ਕਰ ਰਹੀ ਹੈ, ਇਸ ਲਈ ਉਹ ਨੀਅਤ ਸਾਫ਼ ਦੇ ਤਹਿਤ, ਜਿਵੇਂ ਭਗਵੰਤ ਮਾਨ ਸਾਹਿਬ ਨੇ ਕਿਹਾ, ਉਹ ਸਾਰੇ ਕੰਮ ਹੋ ਰਹੇ ਨੇ। ਪਰ ਪ੍ਰੋਫੈਸਰ ਸਾਹਿਬ, ਜਿਹੜੀ ਇੱਥੇ ਇੱਕ ਚਰਚਾ ਚੱਲਦੀ ਆ, ਜਿਵੇਂ ਮੁੱਖ ਮੰਤਰੀ ਭਗਵੰਤ ਮਾਨ
ਉਹਨਾਂ ਨੇ ਦਾਅਵਾ ਤੇ ਇਸ ਗੱਲ ਦਾ ਕਰ ਦਿੱਤਾ ਆ ਕਿ ਅਸੀਂ ਅਧਿਆਪਕਾਂ ਨੂੰ ਪੱਕੇ ਕਰ ਰਹੇ ਹਾਂ ਜਾਂ ਅਸੀਂ ਹੋਰ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਰਹੇ ਹਾਂ। ਮੈਂ ਇੱਥੇ ਪੜ੍ਹ ਰਿਹਾ ਸੀ ਕਿ ਅਕਾਲੀ ਦਲ ਵਾਲੇ, ਜਿਵੇਂ ਪਹਿਲਾਂ ਕਾਂਗਰਸ ਵਾਲੇ ਜਾਂ ਹੋਰ ਸਾਰੀਆਂ ਪਾਰਟੀਆਂ, ਬੀਜੇਪੀ ਵਾਲੇ, ਉਹ ਜਾ ਕੇ ਰਾਜਪਾਲ ਸਾਹਿਬ ਨੂੰ ਮਿਲਦੇ ਨੇ, ਨਾ ਕਿ ਤੁਸੀਂ ਲੋਕਾਂ ਦੇ ਵਿੱਚ ਜਾਓ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਲੋਕਾਂ ਦੇ ਵਿੱਚ ਨਹੀਂ ਜਾਂਦੇ ਕਿ ਪੰਜਾਬ 'ਚ ਕੀ ਬੀਤ ਰਿਹਾ, ਉਹ ਸਾਡੇ ਨਾਲ ਰਲੋ, ਆਪਾਂ ਰਲ ਕੇ ਸਰਕਾਰ ਨੂੰ ਚੇਤੰਨ ਕਰੀਏ। ਗਵਰਨਰ ਸਾਹਿਬ ਕੋਲ ਟੁੱਕਦੇ ਨੇ। ਅਕਾਲੀ ਦਲ ਵਾਲਿਆਂ ਨੇ ਹੁਣ ਸਵੇਰੇ 11 ਵਜੇ ਜਿਹੜਾ ਗਵਰਨਰ ਸਾਹਿਬ ਨੂੰ ਜਾ ਕੇ ਮਿਲਣਾ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਹੈ। ਕੀ ਇਸ ਤਰੀਕੇ ਦੇ ਨਾਲ, ਮਤਲਬ ਕਿ ਤੌਰ ਤਰੀਕਾ ਇਹ ਸਹੀ ਜਾਪਦਾ ਆ, ਜਾਂ ਫਿਰ ਪੰਜਾਬ ਹੁਣ ਫੇਰ ਉਸਲ ਵੱਟੇ ਲੈ ਰਿਹਾ ਕਿਸੇ ਨਵੇਂ ਅੰਦੋਲਨ ਦੇ ਲਈ ਜਾਂ ਕਿਸੇ ਨਵੀਂ ਲਹਿਰ ਦੇ ਲਈ, ਕਿਸੇ ਨਵੇਂ ਬਦਲਾਅ ਦੇ ਲਈ? ਕਿ ਤੁਸੀਂ ਗਵਰਨਰ ਸਾਹਿਬ ਵੀ ਤਾਂ ਜਾ ਕੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ। ਸਵਾਲ ਉੱਥੇ ਵੀ ਉੱਠਦੇ ਨੇ ਕਿ ਤੁਸੀਂ ਜਾਇਜ਼ਾ ਹੀ ਲੈਂਦੇ ਰਹੋਗੇ, ਬਾਕੀ ਪਾਰਟੀਆਂ ਵੀ ਲੈ ਰਹੀਆਂ ਨੇ, ਤੁਸੀਂ ਵੀ ਲੈ ਰਹੇ ਹੋ, ਮੁੱਖ ਮੰਤਰੀ ਸਾਹਿਬ ਵੀ ਲੈ ਰਹੇ ਨੇ। ਉਹ ਕਹਿੰਦੇ ਖਜ਼ਾਨੇ 'ਚ ਕਮੀ ਨਹੀਂ, ਪੈਸਾ ਕੇਂਦਰ ਭੇਜ ਨਹੀਂ ਰਿਹਾ, 208 ਕਰੋੜ ਜਾਂ 10 ਕਰੋੜ ਜਿੰਨਾ ਵੀ ਆਇਆ ਉਹਦੇ ਨਾਲ ਬਣਨਾ ਕੱਖ ਨਹੀਂ, 10,000 ਕਰੋੜ ਪੰਜਾਬ ਨੂੰ ਚਾਹੀਦਾ। ਗਵਰਨਰ ਸਾਹਿਬ ਤਾਂ ਸਿੱਧਾ ਚਿੱਠੀ ਲਿਖਦੇ ਨੇ ਕੇਂਦਰ ਨੂੰ ਕਿ ਜੀ ਆਹ ਨੁਕਸਾਨ ਹੋਇਆ, ਮੈਂ ਦੇਖ ਕੇ ਆਇਆ ਤੇ ਤੁਸੀਂ ਪੂਰਾ ਕਰੋ। ਪਰ ਜਿਹੜੇ ਅਕਾਲੀ ਦਲ ਵਾਲੇ ਨਾਲ ਜਿਵੇਂ ਪਾਰਟੀਆਂ ਜਾ ਰਹੀਆਂ, ਕੀ ਇਹ ਜਾਇਜ਼ ਹੈ? ਤਾਂ ਮੈਨੂੰ ਏਦਾਂ ਲੱਗਦਾ ਕਿ ਨਿਰੋਲ ਸਿਆਸਤ ਆਉਂਦੀ ਇਹਦੇ ਵਿੱਚ। ਨਹੀਂ, ਦੇਖੋ, ਮੈਨੂੰ ਇਹ ਲੱਗਦਾ ਕਿ ਇਹਦੇ 'ਚ ਨਾ ਬਹੁਤੀ ਕੰਟਰੀਬਿਊਸ਼ਨ, ਕੁਛ ਤੇ ਕੇਂਦਰ ਦੀ ਕੰਟਰੀਬਿਊਸ਼ਨ ਤੇ ਹੈ ਹੀ ਹੈ ਆ। ਕੱਲਾ ਇੱਥੇ ਹੀ ਨਹੀਂ, ਗਵਰਨਰ ਹੋਰ ਜਗ੍ਹਾ ਵੀ ਆਪਣੀ ਜ਼ਿਆਦਾ ਇੰਟਰਫੀਰੈਂਸ ਕਰਦੇ ਆ ਸਰਕਾਰਾਂ ਦੀ, ਚੁਣੀਆਂ ਹੋਈਆਂ ਸਰਕਾਰਾਂ ਦੇ ਕੰਮ ਵਿੱਚ, ਤੇ ਉੱਥੇ ਰੌਲਾ ਰੱਪਾ ਸਾਨੂੰ ਆਇਆ ਹੀ, ਆਪਾਂ ਬੜੀ ਵਾਰੀ ਗੱਲ ਕਰ ਲਈ। ਪੰਜਾਬ ਦੇ ਵਿੱਚ ਇਹ ਜ਼ਿਆਦਾ ਤੂਲ ਇਸ ਕਰਕੇ ਫੜ ਗਿਆ ਕਿ ਸਾਡੇ ਜਿਹੜੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਆ, ਉਹ ਇੱਕ ਸੀਰੀਅਲ ਚੱਲਿਆ ਸੀਗਾ, ਤੁਹਾਨੂੰ ਪਤਾ ਉਹਦਾ, ਹੁਣ ਤੇ ਨਹੀਂ ਕਦੀ ਸੁਣਦੇ, ਛੋਟਾ ਭੀਮ, ਇਸ ਤਰ੍ਹਾਂ ਉਹਦੀ ਐਡ ਆਉਂਦੀ ਸੀ। ਤੇ ਮੈਨੂੰ ਇੰਜ ਲੱਗਦਾ ਕਿ ਛੋਟਾ ਮੋਦੀ, ਉਸ ਕਿਸਮ ਦੀ ਸੋਚ ਦੇ ਨਾਲ ਵੀ ਜੇ ਮੈਂ ਆ ਤੇ ਹੈਗਾ, ਨਹੀਂ ਤੇ ਫਿਰ ਤੁਸੀਂ ਕੌਣ ਆ। ਇਹਨਾਂ ਨੂੰ ਇਹ ਇਸ ਤਰ੍ਹਾਂ ਤਰੀਕੇ ਨਾਲ ਚੱਲਣਾ ਨਹੀਂ ਹੈ। ਜਦੋਂ ਤੁਸੀਂ ਸਾਰੇ ਜਹਾਨ ਨਾਲ ਦੁਸ਼ਮਣੀਆਂ ਲੈ ਲੋਗੇ, ਵਿਰੋਧੀ ਪਾਰਟੀਆਂ ਨਾਲ ਵੀ ਖਿੱਲੀ ਡਾਓਗੇ, ਇਹਨਾਂ ਨੂੰ ਤੇ ਕੁਝ ਸਮਝਦੇ ਨਹੀਂ, ਕਹਿੰਦੇ ਤੁਸੀਂ ਹੋ ਕੌਣ, ਗਵਰਨਰ ਸਾਹਿਬ ਨੂੰ, ਹੈ ਨਾ। ਜਦੋਂ ਤੁਸੀਂ ਸਾਰਿਆਂ ਦਾ ਹੀ ਭਰੋਸਾ ਚੱਕ ਦਿਓਗੇ ਤੇ ਆਪ ਹੀ ਆਪਣੇ ਆਪ 'ਚ ਬੀਂਡੀ ਪਾ ਕੇ ਸਾਰੇ ਪੰਜਾਬ ਦੀਆਂ ਮੁਸ਼ਕਲਾਂ ਨੂੰ ਆਪ ਹੀ ਖਿੱਚ ਕੇ ਕਹਿੰਦੇ ਵੀ ਮੈਂ ਕੱਢ ਦੇਣੀ ਗੱਡੀ ਜਿਹੜੀ ਚਿੱਕੜ 'ਚ ਫਸੀ, ਆਪ ਹੀ ਉਹ ਆਪਣੇ ਆਪ ਨੂੰ, ਇੱਕ ਤੇ ਉਹਨਾਂ ਦੀ ਹਉਮੈ ਉੱਥੋਂ ਦੱਸਦੀ ਹੈ, ਇੱਕ ਮੈਂ ਦੱਸਦੀ ਹੈ ਕਿ ਮੈਂ ਕਿੰਨੀ ਈਗੋ ਹੈਗੀ, ਔਰ ਦੂਸਰਾ ਨਾ ਤਜਰਬੇਕਾਰੀ, ਕਿ ਡੈਮੋਕ੍ਰੇਸੀ ਦੇ ਵਿੱਚ ਚੀਫ ਮਿਨਿਸਟਰ ਦੀ ਜਿਹੜੀ ਅਹਿਲੀਅਤ ਹੁੰਦੀ ਹੈ, ਉਹ ਇੱਕ ਅਹੁਦਾ ਆ, ਉਸ ਨੂੰ ਕਿਵੇਂ ਬਰਕਰਾਰ ਰੱਖਦੇ ਹੋਏ, ਜਿੱਥੇ ਤੁਹਾਡੇ ਬਹੁਤ ਕੱਟੜ ਦੁਸ਼ਮਣ ਵੀ ਹੈ, ਉਹਨਾਂ ਤੋਂ ਵੀ ਕੰਮ ਕਿਵੇਂ ਲੈਣਾ, ਨਾ ਕਿ ਤੁਸੀਂ ਉਹਨਾਂ ਨੇ ਮਾੜੀ ਜੀ ਗੱਲ ਕੀਤੀ ਨਹੀਂ, ਤੁਸੀਂ ਥੋੜਾ ਜਿਹਾ ਉੱਤੇ ਹੋਰ ਪੈਟਰੋਲ ਪਾਤਾ ਤਾਂ ਕਿ ਉਹ ਪੱਕਾ ਹੋ ਜੇ ਮੇਰਾ ਦੁਸ਼ਮਣ, ਤਾਂ ਮੇਰੇ ਨੇੜੇ ਨਾ ਫੜ ਕੇ ਮੁੜ ਕੇ। ਹੁਣ ਇਹ ਹਾਲਤ ਪੰਜਾਬ ਦੇ ਅੰਦਰ ਬਣ ਗਈ। ਤੁਸੀਂ ਦੇਖਿਆ ਮਨਪ੍ਰੀਤ ਦਾ ਜਿਸ ਕਿਸਮ ਨਾਲ ਉਹਨਾਂ ਨੇ ਪੱਟ ਤੇ ਹੱਥ ਮਾਰ ਕੇ ਲਲਕਾਰਿਆ, ਉਹਨਾਂ ਬਿਲਕੁਲ ਹੀ ਤੂੰ ਮੈਂ ਕਰਤੀ। ਸੁਖਪਾਲ ਖਹਿਰੇ ਨੇ ਕਿ ਮੇਰੇ ਸਾਰੇ ਟੱਬਰ ਨੂੰ ਇਸ ਕਿਸਮ ਦਾ ਹਰਾਸ ਕੀਤਾ ਜਾ ਰਿਹਾ, ਤੇ ਤੂੰ ਭਗਵੰਤ ਮਾਨਾ, ਇਹੋ ਜਿਹੇ ਸ਼ਬਦ, ਭਗਵੰਤ ਮਾਨਾ ਕਰ ਲਾ ਜੋ ਕਰਨਾ, ਲਾ ਜ਼ੋਰ, ਕਿਤੇ ਕੱਲ ਨੂੰ ਕਹੀਂ ਨਾ, ਤੇ ਤੈਨੂੰ ਅਸੀਂ ਅੱਗੇ ਭਜਾਵਾਂਗੇ ਜਿੱਦਣ ਸ਼ਕਤੀ ਜਾਵੇ। ਉਹਨਾਂ ਦੀ ਵੀ ਭਾਸ਼ਾ ਕੋਈ ਬਹੁਤ ਇੱਕ ਉਸ ਕਿਸਮ ਦੀ ਸੂਝਵਾਨ, ਸੁਘੜ, ਸਿਆਣੇ ਵਿਧਾਇਕਾਂ ਜਾਂ ਲੀਡਰਾਂ ਵਾਲੀ ਨਹੀਂ। ਇਹ ਤੇ ਸਿੱਧੀ ਜਿਸ ਤਰ੍ਹਾਂ ਆਪਾਂ ਬਿਲਕੁਲ ਹੀ ਇੱਕ ਦੂਜੇ ਨੂੰ, ਜਿਸ ਤਰ੍ਹਾਂ ਆਦੀਵਾਸੀਆਂ 'ਚ ਹੈਡ ਹੰਟਿੰਗ ਹੁੰਦੀ ਸੀ, ਤੂੰ ਕਿੰਨੇ ਸਿਰ ਦੂਜੇ ਟਰਾਈਬ ਦੇ ਵੱਢ ਕੇ ਲੈ ਆਇਆ, ਤੇ ਉਹ ਫਿਰ ਬਾਅਦ 'ਚ ਗਿਣਦੇ ਸੀ ਵੀ ਕਿਹੜਾ ਤਕੜਾ ਕਿਹੜਾ ਮਾੜਾ। ਇਹ ਸਾਡੀ ਇੱਕ ਟਰਾਈਬਲ ਟਾਈਪ ਆਮਣੇ ਸਾਹਮਣੇ ਚੁਣੌਤੀਆਂ ਦੇ ਕੇ ਲੜਾਈ ਕਰਨ ਵਾਲੀ ਗੱਲ ਆ। ਡੈਮੋਕ੍ਰੇਸੀ ਦਾ ਇਹਨਾਂ ਚੀਜ਼ਾਂ ਨਾਲ, ਜਿੱਥੇ ਵਿਚਾਰ ਭਾਰੂ ਹੁੰਦਾ, ਸਤਿਕਾਰ, ਵਿਚਾਰ, ਪਲੈਨਿੰਗ, ਤਕਰਾਰ ਵੀ ਉਹਦੇ 'ਚ ਹੁੰਦਾ, ਇਹ ਸਾਰਾ ਕੁਝ ਉਹਦੇ ਬੜੇ ਐਸੈਂਸ਼ੀਅਲ ਕਰੈਕਟਰਿਸਟਿਕ ਆ। ਉਹਦੇ ਤੋਂ ਅਸੀਂ ਬਹੁਤ ਦੂਰ ਜਾਂਦੇ ਆ। ਇਹ ਤੇ ਐਵੇਂ ਕਿ ਜੇ ਕਿਤੇ ਸਾਹਮਣੇ ਦਿਸ ਪਏ ਤੇ ਜੱਫਾ ਮਾਰ ਕੇ ਥੱਲੇ ਸੁੱਟ ਲੈਣਾ ਹੁੰਦਾ, ਵੀ ਦੇਖ ਲਓ ਕਿਹੜਾ ਤਕੜਾ, ਦੋਵਾਂ 'ਚੋਂ ਸਰੀਰਕ ਤੌਰ ਤੇ ਉਹੀ ਚੀਫ ਮਿਨਿਸਟਰ ਬਣ ਜੂ। ਇਸ ਪੱਧਰ ਦੀ ਇਹ ਗੱਲਾਂ ਬਾਤਾਂ ਸਾਰੀਆਂ ਮੈਨੂੰ ਨਜ਼ਰ ਆਉਂਦੀਆਂ। ਪਰ ਦੁਸ਼ਮਣ ਤੇ ਦੁਸ਼ਮਣ ਹੁੰਦੇ ਆ, ਵਿਰੋਧੀ ਤੇ ਦੁੱਖ ਹੈ ਹੀ ਹੈ ਨਾ, ਵੀ ਜਿਨ੍ਹਾਂ ਦੀਆਂ ਕੁਰਸੀਆਂ ਖੁੱਸ ਗਈਆਂ, ਜਿਨ੍ਹਾਂ ਨੂੰ ਸਲੂਟਾਂ ਪੈਂਦੀਆਂ ਸੀ, ਜਿਨ੍ਹਾਂ ਨੂੰ ਗੱਡੀਆਂ ਅੱਗੇ ਪਿੱਛੇ ਜਾਣੀਆਂ ਸੀ ਪੁਲਿਸ ਦੀਆਂ, ਉਹ ਹੁਣ ਉਹਨਾਂ ਲੋਕਾਂ ਦੇ ਸਾਹਮਣੇ ਵਿਰੋਧੀ ਧਿਰ ਦੇ ਤੌਰ ਤੇ ਬੈਠਦੇ ਆ, ਜਿਨ੍ਹਾਂ ਨੂੰ ਉਹ ਪਛਾਣਦੇ ਵੀ ਨਹੀਂ ਅੱਧਿਆਂ ਤੋਂ ਵੱਧ ਨੂੰ, ਵੀ ਇਹ ਬੰਦੇ ਅਚਨਚੇਤ ਸਾਡੇ ਉੱਤੇ ਰੂਲਿੰਗ ਵਾਲੇ ਬੰਦੇ ਕਿੱਥੋਂ ਆ ਗਏ। ਇਹ ਉਹਨਾਂ ਦਾ ਦੁੱਖ ਤੇ ਸਮਝ ਪੈਂਦੀ ਹੈ। ਹੁਣ ਭਗਵੰਤ ਮਾਨ ਹੋਣਾ ਨੂੰ ਇਸ ਹਾਲਾਤ ਦਾ ਹੈਂਡਲ ਕਰਨਾ ਸਿੱਖਣਾ ਪਊਗਾ, ਨਹੀਂ ਤੇ ਦੁਸ਼ਮਣ ਜ਼ਿਆਦਾ ਬਣਾ ਲੈਣਗੇ, ਮਿੱਤਰ ਰਹਿਣਗੇ ਨਹੀਂ।
ਤੇ ਫਿਰ ਇਹੀ ਹੈ ਕਿ ਦੁਸ਼ਮਣ ਬਣਾਉਣੇ ਸਿੱਖਣੇ ਹੁਣ ਤੇ ਭਗਵੰਤ ਮਾਨ ਤੋਂ ਸਿੱਖੋ। ਇਸ ਕਿਸਮ ਦੇ ਜਿਹੜੇ ਵੀਡੀਓ ਜਾਂ ਇਸ ਕਿਸਮ ਦੇ ਲੋਕ ਮੌਜੂ ਦੇ ਸਟਾਇਰਸ ਜਾਂ ਮੀਮ ਬਣਾ ਕੇ ਛੱਡਣ ਲੱਗ ਜਾਣਗੇ। ਇੰਜ ਨਹੀਂ ਹੋਣਾ ਚਾਹੀਦਾ। ਇਹੀ ਕਾਰਨ ਹੈ ਕਿ ਇਸ ਵੇਲੇ ਸੱਤਾ ਦੇ ਦੋ ਕੇਂਦਰ ਬਣ ਚੁੱਕੇ ਸੁਖਵਿੰਦਰ, ਬਿਲਕੁਲ ਪੈਰਲਲ ਦੋ ਜਿਵੇਂ ਸਰਕਾਰਾਂ ਚੱਲ ਰਹੀਆਂ ਹੋਣ। ਇੱਕ ਗਵਰਨਰ ਦੀ ਲੀਡਰਸ਼ਿਪ ਦੇ ਵਿੱਚ ਵਿਰੋਧੀ ਪਾਰਟੀਆਂ, ਇੱਕ ਭਗਵੰਤ ਮਾਨ ਤੇ ਕੇਜਰੀਵਾਲ ਦੀ ਤੇ ਰਾਘਵ ਚੱਡੇ ਦੀ ਲੀਡਰਸ਼ਿਪ ਦੇ ਵਿੱਚ ਆਮ ਆਦਮੀ ਪਾਰਟੀ। ਇਹ ਬਣ ਗਿਆ ਜਿਹੜਾ ਆਪਸ ਵਿੱਚ ਵੈਜ ਬਣ ਗਿਆ, ਇੱਕ ਦੋ ਪੈਰਲਲ ਟਰੈਕ ਬਣ ਗਏ ਆ ਸੱਤਾ ਦੇ। ਇਹ ਠੀਕ ਨਹੀਂ ਹੈ ਔਰ ਇਸ ਨੂੰ ਮੋੜਾ ਦੇਣ ਲਈ ਇਹਦੀ ਚਾਬੀ ਸਿਰਫ ਚੀਫ ਮਿਨਿਸਟਰ ਭਗਵੰਤ ਮਾਨ ਕੋਲ ਹੀ ਹੈ। ਜੀ ਪ੍ਰੋਫੈਸਰ, ਜਦੋਂ ਇਹ ਸਵਾਲ ਉੱਠਦਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੋਗੋ ਤੇ ਬੀਜੇਪੀ ਦਾ ਲੋਗੋ ਅੱਜ ਕੱਲ ਬਹੁਤ ਵਾਇਰਲ ਹੋ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਲੋਗੋ ਦੇ ਵਿੱਚ ਵੀ ਕਮਲ ਦਾ ਫੁੱਲ ਆ ਤੇ ਬੀਜੇਪੀ ਦੇ ਲੋਗੋ 'ਚ ਵੀ ਕਮਲ ਦਾ ਫੁੱਲ ਆ। ਮੈਂ ਪੱਤੀਆਂ ਦੀ ਗਿਣਤੀ ਕਰ ਰਿਹਾ ਸੀ ਕਿ ਕਿੰਨੀਆਂ ਪੱਤੀਆਂ ਦੋਹਾਂ ਦੇ ਵਿੱਚ 8 ਪੱਤੀਆਂ ਨੇ। ਉਹਨਾਂ ਦੀਆਂ 5 ਪੱਤੀਆਂ ਉੱਤੇ, 3 ਥੱਲੇ ਬੀਜੇਪੀ ਵਾਲਿਆਂ ਦੀਆਂ ਲੋਗੋ 'ਚ, ਤੇ ਇਹਨਾਂ ਦੀਆਂ 3 ਸਾਈਡਾਂ ਤੇ 2 ਵਿਚਾਲੇ ਨੇ ਮੋਟੀਆਂ ਜਿਹੀਆਂ ਪੱਤੀਆਂ ਸ਼੍ਰੋਮਣੀ ਕਮੇਟੀ ਦੇ ਲੋਗੋ ਦੀਆਂ। ਇਹਨੂੰ ਲੈ ਕੇ ਬਹੁਤ ਚਰਚਾ ਛਿੜੀ ਹੋਈ ਹੈ ਕਿ ਆਖਿਰਕਾਰ ਕੀ ਪੰਜਾਬ ਜਿਹੜਾ ਆ, ਸੱਤਾ ਜਿਹਦੀ ਮਰਜ਼ੀ ਆਵੇ ਉਹ ਵੱਖਰੀ ਗੱਲ ਹੈ, ਕਿ ਪੰਜਾਬ ਵਾਕਈ RSS ਦੇ ਅਧੀਨ ਚੱਲ ਰਿਹਾ ਜਾਂ ਕੁਝ ਅੰਦਰ ਇਹੋ ਜਿਹਾ ਚੱਲ ਰਿਹਾ ਜਿਵੇਂ ਹੁੰਦਾ ਕਿ ਤੁਸੀਂ ਗੁਰਬਾਣੀ ਦੇ ਵਿੱਚ ਜਿਹੜਾ ਉਹ ਸ਼ਬਦਾਂ ਨੂੰ ਹੇਰ-ਫੇਰ ਕਰ ਦੇਣਾ ਜਾਂ ਇਤਿਹਾਸ ਦੇ ਵਿੱਚ ਹੇਰ-ਫੇਰ ਕਰ ਦੇਣਾ। ਉਹ ਬਹੁਤ ਸਾਰੇ ਸਵਾਲ ਉੱਠਦੇ ਨੇ। ਕਈ ਮੈਂ ਗੁਟਕਾ ਸਾਹਿਬ ਪੋਥੀਆਂ ਦੇ ਅੰਗ ਜਿਹੜੇ ਮੈਂ ਦੇਖੇ ਪੰਨੇ, ਉਹਨਾਂ ਦੇ ਵਿੱਚ ਸ਼ਬਦ ਜਿਹੜੇ ਨੇ ਗੁਰਬਾਣੀ ਦੇ ਰਾਉਂਡ ਕੀਤੇ ਹੋਏ ਦੱਸ ਦਿੰਦੇ ਨੇ ਕਿ ਇਹ ਦੇਖੋ ਜੀ ਇੱਥੇ ਗਲਤੀ ਹੈ, ਇੱਥੇ ਸ਼ਬਦ ਬਦਲਿਆ ਗਿਆ, ਮੰਮਾ ਦਾ ਸੱਸਾ ਬਣਾਇਆ ਪਿਆ ਜਾਂ ਕੁਝ ਵੀ ਉੱਤੇ ਲਾਈਨ ਏਦਾਂ ਬਣਾ ਕੇ ਹਿੰਦੀ 'ਚ ਜਦੋਂ ਉਹਨੂੰ ਕੋਟ ਕਰਦੇ ਨੇ। ਕਿ ਇਹ ਮੰਨ ਲਿਆ ਜਾਵੇ ਕਿ ਵਾਕਈ ਪੰਜਾਬ RSS ਦੇ ਪ੍ਰਭਾਵ ਅਧੀਨ ਹੈ, ਸਰਕਾਰ ਅਧੀਨ ਹੈ ਜਾਂ ਪੰਥਕ ਸੰਸਥਾਵਾਂ ਅਧੀਨ ਨੇ, ਜਾਂ ਫਿਰ ਇਹ ਸਿਰਫ ਇੱਕ ਮਤਲਬ ਸਮੇਂ ਦੀ ਸਿਆਸਤ ਹੈ ਕਿ ਉਸ ਟਾਈਮ ਇਹ ਗੱਲ ਆ ਗਈ, ਮੁੜ ਕੇ ਕੋਈ ਪੁੱਛਦਾ ਨਹੀਂ। ਇਹ G20 ਦੀ ਮੀਟਿੰਗ ਦਾ ਜਦੋਂ ਇਹੋ ਜਿਹਾ ਬਣਿਆ ਸੀਗਾ ਉਹ ਫਾਰਮੈਟ ਜਾਂ ਲੋਗੋ ਕਹੋ ਜਾਂ ਜਿਹੜਾ ਵੀ ਬੈਕਗ੍ਰਾਉਂਡ 'ਚ, ਉਹਦੇ 'ਚ ਵੀ ਕਮਲ ਦਾ ਸੀਗਾ ਬਣਿਆ। ਅਸੀਂ ਉਦੋਂ ਵੀ ਚਰਚਾ ਕੀਤੀ ਸੀ ਕਿ ਇਹ ਤੇ ਪਾਰਟੀ ਦਾ ਪ੍ਰਚਾਰ ਲਈ ਇਸ ਪਲੇਟਫਾਰਮ ਨੂੰ ਵਰਤਿਆ ਜਾਂਦਾ। ਕਾਂਗਰਸ ਨੇ ਵੀ ਉਦੋਂ ਇਸ ਗੱਲ ਦਾ ਮੁੱਦਾ ਰੇਜ਼ ਕੀਤਾ ਸੀ, ਪਰ ਕਾਹਨੂੰ ਹਟਦੇ ਆ ਜਿਨ੍ਹਾਂ ਨੂੰ ਉਹ ਕਹਿੰਦੇ ਆ ਜੀ ਸਾਡਾ ਨੈਸ਼ਨਲ ਫਲਾਵਰ, ਉਹਦੀ ਬੇਇੱਜ਼ਤੀ ਕਰਦੇ ਆ ਨੈਸ਼ਨਲ। ਫਿਰ ਤਾਂਹੀਓ ਉਹਨਾਂ ਨੇ ਤੋੜਾ ਝਾੜਿਆ ਨਾ, ਚੰਗਾ ਤੁਸੀਂ ਆਪਣਾ ਨੈਸ਼ਨਲ ਫੁੱਲ ਲੈ ਕੇ ਸੁੰਘੀ ਚਲੋ, ਅਸੀਂ ਤੇ ਇੰਡੀਆ ਹੀ ਆ ਗਏ, ਕਰ ਮੁਕਾਬਲਾ ਸਾਡੇ 'ਚ, ਹੁਣ ਆਓ ਪੱਤਾ ਸੁੱਟੋ ਬਰਾਬਰ ਦਾ। ਉਹਨਾਂ ਨੇ ਵੀ ਫਿਰ ਉਹੋ ਜਿਹੀ ਭਿਉਂਤੜੇਬਾਜ਼ੀ ਬਣਾ ਲਈ ਹੈ। ਇੱਥੇ ਜਿਹੜਾ ਤੁਸੀਂ ਮੈਨੂੰ ਕਹਿੰਦੇ ਇਹ ਸਵਾਲ ਤੁਸੀਂ ਕਰੋ SGPC ਦੇ ਪ੍ਰਧਾਨ ਸਾਹਿਬ ਤੋਂ, ਧਾਮੀ ਸਾਹਿਬ ਤੋਂ, HS ਧਾਮੀ ਸਾਹਿਬ ਤੋਂ ਕਰੋ, ਜਾਂ ਅਕਾਲ ਤਖਤ ਦੇ ਜਿਹੜੇ ਨਵੇਂ ਜਥੇਦਾਰ ਹੈ ਰਘਬੀਰ ਸਿੰਘ ਤੋਂ, ਵੀ ਇਹ 'ਚ ਤੁਸੀਂ ਕਿਉਂ ਕੀਤਾ? ਇਹ ਸਾਡਾ ਤੇ ਕੋਈ ਕਮਲ ਦੇ ਨਾਲ ਕੋਈ ਇੱਧਰ ਉੱਧਰ ਲੈਣਾ ਦੇਣਾ ਹੈ ਨਹੀਂ, ਕੋਈ ਸਾਡੇ ਤੇ ਕਿਸੇ ਕਿਸਮ ਦੇ ਪੰਜਾਬ ਦੇ ਸੱਭਿਆਚਾਰ 'ਚ ਵੀ ਨਹੀਂ ਹੈਗਾ, ਤੇ ਹੋਰ ਵੀ ਕਿਤੇ ਉਹਦੀ ਕੋਈ ਅਹਿਮੀਅਤ ਸਾਡੀ ਵੱਲੋਂ ਤੇ ਨਹੀਂ ਹੈਗੀ। ਫੁੱਲ ਤੇ ਫੁੱਲ ਹੀ ਹੁੰਦੇ ਆ, ਪਰ ਉਹਨੂੰ ਕਿਉਂ ਪਰਟੀਕੁਲਰਲੀ ਉਸ ਫੁੱਲ ਨੂੰ ਕਿਉਂ ਲਿਆਂਦਾ ਗਿਆ? ਗੱਲ ਤੇ ਡਾਊਟ ਤੇ ਰੇਜ਼ ਕਰਦੀ ਹੈ, ਇਸ ਗੱਲ ਦਾ ਸ਼ੰਕਾ ਤੇ ਪੈਦਾ ਹੁੰਦਾ ਹੀ ਆ। ਇਹ ਨਹੀਂ ਮੈਂ ਕਹਿ ਸਕਦਾ ਕਿ ਹੁਣ ਇਹ RSS ਨੇ ਲਵਾਤਾ ਜਾਂ ਉਹਨਾਂ ਨੇ ਆਪਣੀ ਸੋਚ ਨਾਲ ਲਾਇਆ, ਪਰ ਤੁਹਾਨੂੰ ਇਹ ਜ਼ਰੂਰ ਆਪਣੀ ਵੱਲੋਂ ਫੋਨ ਕਰਕੇ ਉਹਨਾਂ ਤੋਂ ਪੁੱਛਣਾ ਚਾਹੀਦਾ ਵੀ ਇਹ ਆਈਡੀਆ ਕਿਹਦਾ ਸੀ, ਕਿੱਥੇ ਪਾਸ ਕੀਤਾ ਗਿਆ ਇਹੋ ਜਿਹਾ ਲੋਗੋ, ਕਿਉਂ ਇਸ ਤਰੀਕੇ ਦਾ ਲੋਗੋ ਬਣਾਇਆ ਗਿਆ? ਇਹਦੇ 'ਚ ਸਾਡੇ ਲੋਗੋ ਤੇ SGPC ਲਿਖ ਦਿਓ, ਤੇ ਜੋ ਵੀ ਪੁਰਾਣਾ ਅਕਾਲੀ ਦਲ ਦਾ ਜਾਂ ਜਿਹੜਾ ਖੰਡਾ ਕਿਰਪਾਨ ਵਾਲਾ ਲੋਗੋ ਹੈ ਸਾਰਾ, ਜਿਹੜਾ ਅਕਾਲ ਤਖਤ ਦੇ ਜਾਂ ਹੋਰ ਸਾਰੀ ਜਗ੍ਹਾ ਲੱਗਦਾ ਹੀ ਆ, ਉਹ ਤੇ ਚਿੱਠੀਆਂ ਤੇ ਵੀ ਲੱਗਦਾ ਹੋਊਗਾ, SGPC ਦੇ ਲੈਟਰ ਹੈਡ ਤੇ ਵੀ ਹੋਊਗਾ, ਮੈਂ ਹਾਲਾਂਕਿ ਦੇਖਿਆ ਨਹੀਂ, ਸਾਰੀ ਜਗ੍ਹਾ ਲੱਗਦਾ। ਤਾਂ ਉਸ ਦਾ ਲਾ ਦਿੰਦੇ ਤੇ ਉਹ ਤੇ ਇੱਕ ਸਮਝ ਪੈਂਦੀ ਆ। ਮੈਨੂੰ ਨਹੀਂ ਸਮਝ ਪੈ ਰਹੀ ਕਿ ਇਹ ਲੋਟਸ ਜਿਹਨੂੰ ਕਹਿੰਦੇ ਆ ਕਮਲ ਦਾ ਫੁੱਲ, ਇਹ ਕਿੱਥੋਂ ਉੱਥੇ ਲੋਗੋ 'ਚ ਆ ਗਿਆ ਹੈ। ਹੈਰਾਨੀ ਵਾਲੀ ਗੱਲ। ਬਿਲਕੁਲ ਇਸ ਚਰਚਾ ਨੂੰ ਅਗਾਂਹ ਵਧਾਵਾਂਗੇ। ਮੈਂ ਸਿੱਖ ਵਿਦਵਾਨਾਂ ਦੇ ਨਾਲ ਇਹਦੇ ਉੱਤੇ ਗੱਲਬਾਤ ਕਰਾਂਗਾ, ਸ਼੍ਰੋਮਣੀ ਕਮੇਟੀ ਦਾ ਵੀ ਰਿਐਕਸ਼ਨ ਜਾਣਾਂਗੇ ਕਿ ਆਖਿਰਕਾਰ ਇਹਦੇ ਪਿੱਛੇ ਦੀ ਸੱਚਾਈ ਕੀ ਹੈ। ਜੇ ਸਿਆਸਤ ਹੈ ਤਾਂ ਉਹਨਾਂ ਨੂੰ ਸਾਹਮਣੇ ਆ ਕੇ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ। ਅਗਲੇ ਪ੍ਰੋਗਰਾਮ 'ਚ ਕੋਸ਼ਿਸ਼ ਕਰਾਂਗੇ ਤੇ ਚਰਚਾ ਹੋਏਗੀ। ਪ੍ਰੋਫੈਸਰ ਸਾਹਿਬ, ਗੱਲ ਹੁਣ ਇੰਡੀਆ ਨਾਂ ਦੀ ਕਰਦੇ ਆ। ਬੀਜੇਪੀ ਦੇ ਉੱਤੇ ਸਵਾਲ ਉੱਠ ਰਹੇ ਨੇ। ਮਣੀਪੁਰ ਦੀ ਪਹਿਲਾਂ ਗੱਲ ਕਰੀਏ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਾਫੀ ਰੌਲਾ ਰੱਪਾ ਆ। ਕਹਿ ਰਹੇ ਨੇ ਕਿ 7-8 ਅਗਸਤ ਦੇ ਲਾਗੇ ਚਾਗੇ ਕਿਤੇ ਸ਼ਾਇਦ ਮਤਲਬ ਕਿ ਅਗਸਤ ਦੇ ਪਹਿਲੇ ਦੂਜੇ ਹਫ਼ਤੇ ਬੇਭਰੋਸਗੀ ਮਤਾ ਵੀ ਆ ਜਾਣਾ। ਮੋਦੀ ਸਾਹਿਬ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ 2019 ਦੀ, ਉਹਨੂੰ ਲੈ ਕੇ ਚਰਚਾ ਹੋਰ ਅੱਗੇ ਵੱਧ ਚੁੱਕੀ ਹੈ। ਰੌਲਾ ਰੱਪਾ ਤਾਂ ਪੈ ਹੀ ਰਿਹਾ। ਹੁਣ ਸੋਮਵਾਰ ਤੱਕ ਜਿਹੜੀ ਸਦਨ ਦੀ ਕਾਰਵਾਈ ਹੈ ਦੋਹਾਂ ਦੀ, ਉਹ ਮੁਲਤਵੀ ਹੋ ਚੁੱਕੀ ਹੈ। ਅੱਗੇ ਹੀ ਇੰਨੇ ਦਿਨ ਇਸੇ ਰੌਲੇ ਰੱਪੇ ਦੇ ਵਿੱਚ ਲੰਘ ਗਏ। ਉਧਰ ਇਹ ਆ ਕਿ ਮਣੀਪੁਰ ਵਾਲੇ ਮਾਮਲੇ 'ਚ ਕਹਿੰਦੇ CBI ਜਾਂਚ ਕਰੇਗੀ ਉਸ ਵੀਡੀਓ ਦੀ। ਸਰਕਾਰ ਜਿਹੜੀ ਉਹ ਆਪਣੇ ਤੌਰ ਦੇ ਉੱਤੇ ਸਾਰਾ ਕੁਝ ਜਿਹੜਾ ਉਹ ਸ਼ਾਂਤਮਈ ਕਰਨਾ ਚਾਹੁੰਦੀ ਹੈ। ਸੁਪਰੀਮ ਕੋਰਟ ਦਾ ਵੀ ਉੱਤੋਂ ਪ੍ਰੈਸ਼ਰ ਹੈ।
ਪਰ ਮੋਦੀ ਸਾਹਿਬ ਹਾਲੇ ਵੀ ਇਸ ਮਸਲੇ ਦੇ ਉੱਤੇ ਉਸ ਤਰੀਕੇ ਨਾਲ ਸਾਹਮਣੇ ਨਹੀਂ ਆਏ ਕਿ ਤੁਸੀਂ ਸਦਨ ਦੇ ਵਿੱਚ ਕੀ ਕਹੋਗੇ? ਇਹ ਦੋ ਇਨਕੁਆਇਰੀ ਦੀਆਂ ਓਪੀਨੀਅਨਾਂ ਚੱਲ ਰਹੀਆਂ। ਇੱਕ ਤੇ ਪਿੰਜਰੇ ਵਾਲੇ ਤੋਤੇ ਤੋਂ ਸਰਕਾਰ ਕਰਾਉਣਾ ਚਾਹੁੰਦੀ, ਕਿਉਂਕਿ ਉਹਨਾਂ ਦਾ ਆਪਣਾ ਤੋਤਾ ਹੈਗਾ। ਜਿਹੋ ਜਿਹੀ ਰਿਪੋਰਟਾਂ ਚਾਹੁਣਗੇ ਉਹੋ ਜਿਹੀਆਂ ਲਿਖ ਦੇਣਗੇ। ਇਹ ਮੇਰਾ ਕਹਿਣਾ ਨਹੀਂ ਹੈਗਾ, ਉਹ ਸੁਪਰੀਮ ਕੋਰਟ ਨੇ ਬਹੁਤ ਦੇਰ ਦਾ ਸੀਬੀਆਈ ਨੂੰ ਇਹ ਖਾਸ ਤਖੱਲਸ ਦਿੱਤਾ ਹੋਇਆ, ਬੜਾ ਰੁਤਬਾ ਦਿੱਤਾ ਵੀ ਇਹ ਸਰਕਾਰ ਦਾ ਪਿੰਜਰੇ ਦਾ ਤੋਤਾ, ਜੋ ਕਹਿਣਗੇ ਉਂਝ ਬੋਲਦੇ ਆ। ਦੂਸਰਾ ਹੈਗਾ, ਚੱਲ ਰਹੀ ਹੈ ਕਿ ਸੁਪਰੀਮ ਕੋਰਟ ਦੇ ਰਿਟਾਇਰਡ ਜਾਂ ਸਿਟਿੰਗ ਜੱਜ ਤੋਂ ਉੱਥੇ ਇਨਕੁਆਇਰੀ ਕੀਤੀ ਜਾਵੇ, ਖਾਸ ਕਰ ਜਿਹੜਾ ਉਹ ਪ੍ਰਦਰਸ਼ਨ ਹੋਇਆ ਸੀ ਉਸ ਇੰਸੀਡੈਂਟ ਦੀ, ਤੇ ਹੋਰਨਾਂ ਦੀ ਵੀ ਇਨਕੁਆਇਰੀ ਹੋਵੇ ਤਾਂ ਕਿ ਇਹ ਨਿਰਪੱਖ ਲੱਗੇ ਤੇ ਕਾਨੂੰਨਨ ਤੌਰ ਤੇ ਪੁਖਤਾ ਹੋਏ। ਇਹ ਵੀ ਚੱਲ ਰਹੀ ਹੈ। ਉਸ ਦਾ ਸੁਪਰੀਮ ਕੋਰਟ ਦੇ ਵਿੱਚ ਕੇਸ ਵੀ ਹੈਗਾ। ਕਈ ਕੇਸ ਜਿਹੜੇ ਬਾਅਦ ਚ ਆਏ ਉਹਨਾਂ ਨੇ ਕਲੱਬ ਕਰਕੇ ਉਹਦੀ ਸੁਣਵਾਈ ਕਰਨੀ ਸੀਗੀ, ਪਤਾ ਨਹੀਂ ਹੋਈ ਆ ਕਿ ਪੋਸਟਪੋਨ ਹੋ ਗਈ ਹੈ। ਪਰ ਉੱਥੋਂ ਇਹ ਪਤਾ ਲੱਗੂਗਾ ਕਿ ਸੁਪਰੀਮ ਕੋਰਟ ਸਟੈਂਡ ਕਿਸ ਕਿਸਮ ਦਾ ਲੈਂਦੀ ਹੈ, ਕਿ ਕੀ ਉਹ ਸੀਬੀਆਈ ਦੀ ਗੱਲਾਂ ਨਾਲ ਸਹਿਮਤ ਆ। ਪਰ ਇਹ ਜ਼ਰੂਰ ਆ ਕਿ ਸੀਬੀਆਈ ਸੁਪਰੀਮ ਕੋਰਟ ਨੇ ਜਿਸ ਕਿਸਮ ਨਾਲ ਗੁੱਸੇ 'ਚ ਉਹ ਵੀਡੀਓ ਸਾਹਮਣੇ ਆਉਣ ਤੇ, ਜਿਹੜਾ ਔਰਤਾਂ ਦੀ ਵੀਡੀਓ ਆਈ ਸੀ, ਕਿਹਾ ਸੀ ਕਿ ਮਣੀਪੁਰ ਸਰਕਾਰ ਤੇ ਕੇਂਦਰੀ ਸਰਕਾਰ ਉਸ ਗੱਲ ਦਾ ਜਵਾਬ ਦੇ, ਟਾਈਮ ਬਾਉਂਡ, ਉਸ ਦਾ ਦਬਾਅ ਤੇ ਪ੍ਰੈਸ਼ਰ ਤੇ ਸਰਕਾਰ ਦੇ ਉੱਤੇ ਬਹੁਤ ਹੈਗਾ ਆ। ਜਿਹੜੀ ਗੱਲ ਹੈਗੀ ਆ ਕਿ 2019 ਵਾਲੀ ਵੀਡੀਓ ਕਿ ਹੁਣ ਫਿਰ ਦੁਬਾਰਾ ਪਾਰਲੀਮੈਂਟ ਦੇ ਅੰਦਰ ਬੇਭਰੋਸਗੀ ਦਾ ਮਤਾ ਆਊ। ਬੇਭਰੋਸਗੀ ਦਾ ਮਤਾ ਜਿੰਨੀ ਵਾਰੀ ਵੀ ਆਇਆ ਉਹ ਇੱਕ ਦੋ ਵਾਰੀ ਸਰਕਾਰ ਨੂੰ ਡੇਗਣ ਵਿੱਚ ਕਾਮਯਾਬ ਹੋਇਆ, ਬਾਕੀ ਬਹੁਤੀ ਵਾਰੀ ਤੇ ਉਹ ਇੱਕ ਪ੍ਰਧਾਨ ਮੰਤਰੀ ਨੂੰ ਫੜ ਫੜਾ ਕੇ ਜਿਹੜੇ ਉਹ ਲੁਕੇ ਫਿਰਦੇ ਇੱਧਰ ਉੱਧਰ ਤੇ ਸਾਰੀ ਜਗ੍ਹਾ ਲੱਭ ਕੇ ਉਹਨਾਂ ਨੂੰ ਪਾਰਲੀਮੈਂਟ ਦੇ ਅੰਦਰ ਖੜਾ ਕਰਨ ਵਾਲੀ ਗੱਲ ਹੈ। ਕਿਉਂਕਿ ਜਦੋਂ ਬੇਭਰੋਸਗੀ ਦਾ ਮਤਾ ਕਲੌਜ਼ ਧਾਰਾ 267 ਦੇ ਥੱਲੇ ਨੋਟਿਸ ਜਾਂਦਾ ਸ਼ੁਰੂ ਹੋਊਗਾ ਤੇ ਉਹਦਾ ਪ੍ਰਧਾਨ ਮੰਤਰੀ ਨੇ ਜਵਾਬ ਦੇਣਾ ਆ। ਤੇ ਪ੍ਰਧਾਨ ਮੰਤਰੀ ਦਾ ਜਵਾਬ ਤਾਂ ਹੀ ਹੋਊਗਾ ਜੇ ਪ੍ਰਧਾਨ ਮੰਤਰੀ ਉੱਥੇ ਕੱਲੇ ਨੂੰ ਸੁਣੂਗਾ, ਬੈਠੂਗਾ, ਦੇਖੂਗਾ। ਇਸ ਲਈ ਪ੍ਰਧਾਨ ਮੰਤਰੀ ਜਿਹੜੇ ਰੂਪੋਸ਼ ਹੋਏ ਬੈਠੇ ਸੀ ਇੰਨੇ ਦਿਨਾਂ ਦੇ, ਉਹ 7 ਤੇ 8 ਅਗਸਤ ਦਾ ਮਤਲਬ ਹੈ 11 ਅਗਸਤ ਤੱਕ ਸੈਸ਼ਨ ਚੱਲਣਾ, ਐਕਸਟੈਂਡ ਵੀ ਹੋ ਸਕਦਾ, ਕਿਉਂਕਿ ਹੁਣ 7 ਦਿਨ ਤੇ ਲੰਘ ਗਏ ਆ, 5 ਦਿਨ ਇਸ ਹਫਤੇ ਦੇ ਤੇ 2 ਦਿਨ ਪਿਛਲੇ ਹਫਤੇ ਦੇ। ਕੋਈ ਜਮੂਦ ਹੀ ਬਣਿਆ, ਰੌਲਾ ਹੀ ਪਿਆ। ਸੰਜੇ ਸਿੰਘ ਬਾਹਰ ਬੈਠਾ, ਭਗਵੰਤ ਮਾਨ ਵੀ ਦਰਸ਼ਨ ਕਰ ਆਇਆ, ਕਦੀ ਕਾਲੇ ਚ ਚੋਗੇ ਪਾ ਕੇ ਪਾਰਲੀਮੈਂਟ ਦੇ ਅੰਦਰ ਜਾਂਦੇ ਆ, ਕਦੀ ਨਾਅਰੇਬਾਜ਼ੀ ਹੁੰਦੀ ਆ, ਕਦੀ ਤਖਤੀਆਂ ਦਿਖਾਈਆਂ ਜਾਂਦੀਆਂ। ਪਰ ਉਹ ਪੱਥਰ ਤੇ ਪਾਣੀ ਪੈਣ ਵਾਲੀ ਗੱਲ ਆ। ਢੀਠਤਾ ਹੀ ਇੰਨੀ ਆ, ਕੋਈ ਪਰਵਾਹ ਨਹੀਂ ਕਰਦੇ। ਆਪਣੇ ਕੰਨਾਂ 'ਚ ਉਹ ਲਾ ਕੇ ਹੈਡਫੋਨ ਤੇ ਬਾਹਰਲੀ ਆਵਾਜ਼ ਨੂੰ ਫਿਲਟਰ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਕਾਨੂੰਨ ਵੀ ਪਾਸ ਨਾਲੋਂ ਨਾਲ ਹੋ ਰਹੇ ਆ। 4-5 ਤੱਕ ਤੇ ਹੁਣ ਤੱਕ ਪਾਸ ਬਿੱਲ ਹੋ ਚੁੱਕੇ ਆ। ਪਰ ਇਹ ਮੇਰਾ ਖਿਆਲ ਨਹੀਂ ਕਿ 31 ਦੇ 31 ਜਿਹੜੇ ਇਹਨਾਂ ਨੇ ਲੈ ਕੇ ਆਏ ਸੀ ਉਹ ਇਸ ਸੈਸ਼ਨ 'ਚ ਪਾਸ ਹੋਣਗੇ। ਚੰਗੀ ਖਬਰ ਇਹੀ ਆ, ਮੈਂ ਇਹਦੇ 'ਚੋਂ ਮੰਨਦਾ ਕਿ ਉਹ ਡਿਸਕਸ਼ਨ ਐਡੇ ਅਹਿਮ ਮੁੱਦੇ ਤੇ ਹੋਊਗੀ ਜਿੱਥੇ 15-20 ਬੰਦੇ ਐਮਪੀ ਵਿਰੋਧੀ ਪਾਰਟੀਆਂ ਦੇ ਮਨੀਪੁਰ ਵਿਜ਼ਿਟ ਕਰਨ ਵੀ ਜਾ ਰਹੇ ਆ, ਛੇਤੀ ਜਾ ਰਹੇ ਆ ਉਹ ਵੀ। ਇਹਨਾਂ ਦਿਨਾਂ 'ਚ ਹੀ 19 ਜਾਂ 29 ਜਾਂ 30 ਜਾਂ ਇਹਨਾਂ ਦਿਨਾਂ 'ਚ ਹੀ ਜਾਣਗੇ। ਉਹ ਆਪਣੀ 2 ਦਿਨ ਉੱਥੇ ਉਹਨਾਂ ਨੇ ਰਹਿਣਾ, ਰਿਪੋਰਟ ਪੂਰੀ ਲੈ ਕੇ ਆਉਣਗੇ। ਉਹ ਵੀ ਉਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਰਿਪੋਰਟ ਰੱਖੀ ਜਾਊਗੀ। ਮੈਨੂੰ ਲੱਗਦਾ ਕਿ ਮਣੀਪੁਰ ਦੀ ਜਿਹੜੀ ਹਾਲਾਤ, ਜਿਹੜੀ ਇਹਨਾਂ ਦੀ ਆਪਣੀ ਪੈਦਾ ਕੀਤੀ ਹੋਈ ਹਾਲਾਤ, ਜਿਵੇਂ ਅਸੀਂ ਹੜ੍ਹਾਂ ਦੀ ਹਾਲਾਤ ਰੱਬ ਨੇ ਨਹੀਂ ਪੈਦਾ ਕੀਤੀ, ਰੱਬ ਨੇ ਤੇ ਸਗੋਂ ਤੁਹਾਨੂੰ ਮੀਂਹ ਦਿੱਤਾ, ਪਾਣੀ ਦਿੱਤਾ, ਤੁਸੀਂ ਆਪ ਉਹਦੇ ਰਸਤੇ ਰੋਕ ਕੇ ਬੈਠੇ ਸੀ। ਰੱਬ ਨੇ ਕਿਹਾ ਵੀ ਇਹ ਜਗ੍ਹਾ ਮੇਰੀ ਆ, ਪਰਾਂ ਹੋ ਜਾਓ, ਤੁਸੀਂ ਆਪਣੇ ਘਰ ਘੁਰ ਚੱਕ ਲਓ, ਇੱਥੋਂ ਤੁਸੀਂ ਗਲਤ ਕਰ ਰਹੇ ਆ, ਪਾਣੀ ਦੀ ਜਗ੍ਹਾ ਨੂੰ ਨਾ ਰੋਕੋ। ਉਹੀ ਉੱਥੇ ਦੀ ਇਹਨਾਂ ਨੇ ਹਾਲਾਤ ਆਪ ਪੈਦਾ ਕੀਤੇ ਆ। ਹੁਣ ਉਹਦੇ ਜਵਾਬ ਪਾਰਲੀਮੈਂਟ ਦੇ ਅੰਦਰ, ਜੋ ਮਣੀਪੁਰ 'ਚ ਅੱਗ ਕਿਉਂ ਲੱਗੀ, ਲੋਕ ਉੱਥੇ ਅਫਰਾ ਤਫਰੀ ਜਾਂ ਹੋਰ ਸਾਰਾ ਜੋ ਕੈਂਪਾਂ 'ਚ ਰਹਿ ਰਹੇ ਆ, ਰੋਜ਼ ਅੱਗਾਂ ਲੱਗ ਰਹੀਆਂ, ਰੋਜ਼ ਇੱਕ ਦੂਜੇ ਦੇ ਨਾਲ ਮਾਰਾ ਪੀਟੀ ਜਾਂ ਉਸ ਕਿਸਮ ਦਾ ਇੱਕ ਸਹਿਮ ਦਾ ਮਾਹੌਲ ਬਣਿਆ, ਉਹ ਕਿਵੇਂ ਜ਼ਖਮ ਦੁਬਾਰਾ ਭਰੇ ਜਾਣਗੇ। ਇਹ ਸਾਰੀਆਂ ਗੱਲਾਂ ਉੱਥੋਂ ਰਿਪੋਰਟ ਜਦੋਂ ਆਉਣਗੀਆਂ ਪਾਰਲੀਮੈਂਟ ਦੇ ਅੰਦਰ ਡਿਸਕਸ ਹੋਣਗੀਆਂ। ਇਹ ਚੰਗੀ ਗੱਲ ਆ। ਉਹਦੇ 'ਚ ਕੋਈ ਸਰਕਾਰ ਗਿਰਨ ਵਾਲੇ ਚਾਂਸ ਤੇ ਨਹੀਂ ਲੱਗਦੇ, ਕਿਉਂਕਿ ਇੰਨੇ ਆਪਣੇ ਰੂਲਿੰਗ ਪਾਰਟੀ ਦੇ ਅੰਦਰ ਕੰਸ਼ੈਂਸੀਅਸ ਬੰਦੇ ਕਿੱਥੇ ਹੁੰਦੇ ਆ। ਪਰ ਪਤਾ ਨਹੀਂ, ਟਾਈਮ ਬਦਲਦਾ, ਕੋਈ ਪਤਾ ਵੀ ਨਹੀਂ ਲੱਗਦਾ। ਬਿਲਕੁਲ ਬਿਲਕੁਲ। ਵੈਸੇ ਇਸ ਮਾਮਲੇ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਸ਼ੁੱਕਰਵਾਰ ਜਿਹੜੀ ਸੁਣਵਾਈ ਸੀ, ਪਰ ਉਹ ਸੁਣਵਾਈ ਜਿਹੜੀ ਉਹ ਅੱਗੇ ਪਾ ਦਿੱਤੀ ਗਈ ਕਿਉਂਕਿ ਜਿਹੜੇ ਸੀਜੀਆਈ ਸਾਹਿਬ ਨੇ ਉਹ ਅਦਾਲਤ ਵਿੱਚ ਮੌਜੂਦ ਨਹੀਂ ਸੀ ਆਏ। ਇਸ ਕਰਕੇ ਜਿਹੜਾ, ਹਾਲਾਂਕਿ ਵੀਰਵਾਰ ਜਿਹੜਾ ਆ ਕੇਂਦਰ ਸਰਕਾਰ ਨੇ ਆਪਣੇ ਵੱਲੋਂ ਜੋ ਕਿਹਾ ਕਿ ਅਸੀਂ ਜ਼ੀਰੋ ਟੋਲਰੈਂਸ ਰੱਖਦੇ ਹਾਂ, ਔਰਤਾਂ ਦੇ ਉੱਤੇ ਜੋ ਵੀ ਜ਼ੁਲਮ ਹੁੰਦੇ ਨੇ ਉਹਨੂੰ ਲੈ ਕੇ ਸੀਬੀਆਈ ਨੂੰ ਜਾਂਚ ਦੇ ਦਿੱਤੀ ਗਈ ਹੈ। ਹੁਣ ਜਿਸ ਦਿਨ ਵੀ ਸੁਣਵਾਈ ਹੁੰਦੀ ਹੈ, ਸ਼ਾਇਦ ਸੋਮਵਾਰ ਹੋਵੇ ਜਾਂ ਜਿਸ ਦਿਨ ਵੀ ਹੁੰਦੀ ਹੈ, ਸਭ ਤੋਂ ਪਹਿਲਾਂ ਇਹੀ ਗੱਲ ਤੁਰੇਗੀ ਕਿ ਕੀ ਇਹ ਸੀਬੀਆਈ ਨੂੰ
ਜਾਂਚ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ, ਜਾਂ ਇਹਦੇ ਉੱਤੇ ਬਾਕੀ ਧਿਰਾਂ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਕਿੱਦਾਂ ਦਾ ਰਿਐਕਸ਼ਨ ਲੈਂਦੀਆਂ? ਸੋਮਵਾਰ ਜਿਹੜਾ ਇਸ ਮਾਮਲੇ ਤੇ ਗੱਲ ਤੁਰੇਗੀ। ਆਖਰੀ ਛੋਟਾ ਜਿਹਾ ਰਿਐਕਸ਼ਨ ਲਵਾਂਗਾ, ਸਮਾਂ ਤੁਹਾਡੇ ਕੋਲ ਸੀਮਤ ਹੈ, ਕਿ ਇੰਡੀਆ ਜਿਹੜਾ ਗੱਠਜੋੜ ਬਣਾਇਆ ਸੀਗਾ ਉਹਦੀ ਅਗਲੀ ਮੀਟਿੰਗ 25-26 ਅਗਸਤ ਨੂੰ ਮੁੰਬਈ ਦੇ ਵਿੱਚ ਹੋਣ ਜਾ ਰਹੀ ਹੈ। ਸੰਜੇ ਸਿੰਘ ਹੋਰਾਂ ਦਾ ਵੀ ਬਿਆਨ ਸਾਹਮਣੇ ਆਇਆ, ਇਹਦੇ ਉੱਤੇ ਲਗਾਤਾਰ ਚਰਚਾ ਚੱਲ ਰਹੀ ਹੈ, ਬੀਜੇਪੀ ਆਪਣਾ ਤਰਕ ਦੇ ਰਹੀ ਹੈ। ਸੰਜੇ ਸਿੰਘ ਕਹਿੰਦੇ ਨੇ ਕਿ ਜਦੋਂ ਬੀਜੇਪੀ ਫॉर ਇੰਡੀਆ ਦਾ ਨਾਰਾ ਦਿੱਤਾ ਗਿਆ ਸੀਗਾ ਉਦੋਂ ਬੀਜੇਪੀ ਕੀਤੇ ਸੀ, ਅੱਜ ਇਹਨਾਂ ਨੂੰ ਇੰਡੀਆ ਨਾਂ ਦੇ ਉੱਤੇ ਇੰਨੀ ਐਲਰਜੀ ਕਿਉਂ ਹੈ, ਜਾਂ ਇਸ ਤਰੀਕੇ ਦੇ ਨਾਲ ਇੰਨੀ ਹੜਬੜਾਹਟ ਕਿਉਂ ਹੈ ਇੰਡੀਆ ਨਾਂ ਦੇ ਉੱਤੇ? ਨਹੀਂ, ਘਬਰਾ ਗਏ ਆ। ਜਿਹੜਾ ਮੈਂ ਕਦੀ ਵੀ ਇੰਨਾ ਪ੍ਰਧਾਨ ਮੰਤਰੀ ਨੂੰ ਸ਼ੈਟਰਡ ਹੋਇਆ ਨਹੀਂ ਦੇਖਿਆ ਸੀ, ਇੰਨਾ ਜਿਤਨਾ ਤਿਲਮਿਲਾ ਜਾਂਦਾ ਬੰਦਾ, ਜਿਸ ਤਰੀਕੇ ਨਾਲ ਉਹਦੇ ਤੋਤੇ ਉੱਡੇ ਹੁੰਦੇ ਚਿਹਰੇ ਦੇ, ਤੇ ਉਹਨਾਂ ਨੂੰ ਜਦੋਂ ਹੀ ਉਹ ਕਿਤੇ ਸੁਪਨੇ 'ਚ ਵੀ ਜਾਂ ਉਹਨਾਂ ਨੂੰ ਚੇਤਾ ਆਉਂਦਾ ਕਿ ਇੰਡੀਆ ਆ ਗਿਆ, ਵੀ ਵਿਰੋਧੀ ਪਾਰਟੀਆਂ 26 ਇਕੱਠੀਆਂ ਹੋ ਕੇ ਇੰਡੀਆ ਦੇ ਨਾਂ ਤੇ ਆ ਗਈਆਂ, ਉਹਨਾਂ ਨੂੰ ਤੇ ਰੋਟੀ ਨਹੀਂ ਖਾਧੀ ਜਾਂਦੀ, ਬੁਰਕੀ ਰਾਹ ਚੜਦੀ ਆ ਗਲੇ 'ਚ। ਇਹ ਹਾਲਤ ਬਣੀ ਹੋਈ ਆ ਉੱਥੇ। ਉਹ ਇਸੇ ਘਬਰਾਹਟ ਚੋਂ ਹੀ ਮਣੀਪੁਰ ਤੇ ਵੀ ਗੱਲ ਕਰਨ ਲਈ ਨਹੀਂ ਆ ਰਹੇ ਕਿ ਵੀ ਇਹਨਾਂ ਨੂੰ ਮੈਂ ਕਿਵੇਂ ਫੇਸ ਕਰਾਂ, ਪਰ ਫੇਸ ਤੇ ਕਰਨਾ ਪੈਣਾ। ਤੁਸੀਂ ਰਿਜ਼ਾਈਨ ਤੇ ਦੇਣਾ ਨਹੀਂ ਚਾਹੁੰਦੇ, ਜੇ ਰਿਜ਼ਾਈਨ ਦਓਗੇ ਤੇ ਆਪੇ ਜਿਹੜਾ ਨਵਾਂ ਪ੍ਰਧਾਨ ਮੰਤਰੀ ਉਹ ਫੇਸ ਕਰ ਲੂਗਾ। ਤੁਸੀਂ ਸੱਤਾ ਤੇ ਕਾਬਜ਼ ਵੀ ਰਹਿਣਾ ਚਾਹੁੰਦੇ ਆ, ਪਾਰਟੀ ਦੀਆਂ 2024 ਦੀਆਂ ਚੋਣਾਂ ਦਾ ਚਿਹਰਾ ਵੀ ਬਣ ਕੇ ਰਹਿਣਾ ਚਾਹੁੰਦੇ ਆ, ਪੱਕਾ ਹੀ ਪ੍ਰਧਾਨ ਮੰਤਰੀ ਆਖਰੀ ਤੱਕ ਮਰਦੇ ਦਮ ਤੱਕ ਰਹਿਣਾ ਚਾਹੁੰਦੇ ਆ। ਉਹ ਤੁਹਾਡਾ ਜੇ ਇਸ ਕਿਸਮ ਦਾ ਕੋਈ ਪਲਾਨਿੰਗ ਹੈਗੀ ਆ, ਤੇ ਦੂਜਿਆਂ ਨੂੰ ਤੁਸੀਂ ਕਹਿੰਦੇ ਆ ਕਿ ਉਹ ਆਪਣੇ ਭਾਸ਼ਣਾਂ 'ਚ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਪਰਿਵਾਰਵਾਦ ਪਰਿਵਾਰਵਾਦ ਪਰਿਵਾਰਵਾਦ। ਭਾਈ ਤੁਸੀਂ ਉਹ ਤੇ ਪਰਿਵਾਰਵਾਦ ਆ, ਇੱਥੇ ਏਕਾਧਿਕਾਰਵਾਦ ਆ। ਉੱਥੇ ਫਿਰ ਵੀ ਪਰਿਵਾਰ ਰਾਜ ਕਰੂਗਾ ਜੇ ਪਰਿਵਾਰਵਾਦ ਆ। ਤੁਸੀਂ ਤੇ ਹੈ ਹੀ ਇਕੱਲੇ ਆ, ਸਾਰਿਆਂ ਨੂੰ ਬੰਨੀ ਤੁਰੇ ਫਿਰਦੇ ਆ ਨਾਲ, ਜਿਸ ਤਰ੍ਹਾਂ ਮਰਜ਼ੀ ਫਾਹੇ ਲਾਓ, ਜਿਸ ਤਰ੍ਹਾਂ ਛੱਡ ਦਿਓ। ਤੁਹਾਨੂੰ ਲੋਕ ਲੱਭਦੇ ਫਿਰਦੇ ਆ, ਤੁਸੀਂ ਲੱਭਦੇ ਨਹੀਂ। ਇਸ ਲਈ ਇਹ ਜਿਹੜਾ ਨਾ ਜਦੋਂ ਮੀਟਿੰਗ ਇੱਕ ਹੋਰ ਹੋ ਗਈ ਬੰਬੇ ਦੇ ਵਿੱਚ, ਉਦੋਂ ਬਾਅਦ ਇਹਨਾਂ ਨੇ ਹੋਰ ਹਿੱਲ ਜਾਣਾ। ਇਹ ਜਿਹੜਾ ਨਾਂ ਰੱਖਿਆ ਇਹ ਕਾਫੀ ਕਾਰਗਰ ਆ, ਤੇ ਉਹਦੇ ਤੋਂ ਉਹਨੂੰ ਦੇਖ ਕੇ ਜਿਸ ਤਰ੍ਹਾਂ ਹਰੀ ਸਿੰਘ ਨਲੂਆ ਆ ਗਿਆ, ਕਹਿੰਦੀਆਂ ਸੀ ਮਾਵਾਂ ਨਿਆਣਿਆਂ ਨੂੰ ਸੌਂਦੇ ਨਹੀਂ, ਜਿਹੜੇ ਤੰਗ ਕਰਦੇ ਸੀ ਨਾ, ਵੀ ਆ ਗਿਆ ਹਰੀ ਸਿੰਘ ਨਲੂਆ, ਚੁੱਪ ਕਰਕੇ ਡਰਦੇ ਮਾਰੇ ਸੌਂ ਜਾਂਦੇ ਸੀ। ਇਹ ਬਸ ਇੰਡੀਆ ਦਾ ਨਾਂ ਮੋਦੀ ਜੀ ਸਾਹਮਣੇ ਇੰਝ ਹੀ ਕੰਪਨੀਆਂ ਛੇੜ ਰਿਹਾ। ਬਿਲਕੁਲ ਬਿਲਕੁਲ, ਇਹ ਤਾਂ ਸਮਾਂ ਦੱਸੇਗਾ ਕਿ ਹਰੀ ਸਿੰਘ ਨਲੂਏ ਦੇ ਵਾਂਗੂ ਤੁਸੀਂ ਆਪਣੀ ਸਿਆਸਤ ਨੂੰ ਅੱਗੇ ਵਧਾਉਂਦੇ ਹੋ, ਜਾਂ ਕਿਸ ਤਰੀਕੇ ਦੀ ਸਿਆਸਤ ਇੰਡੀਆ ਨਾਂ ਦਾ ਜਿਹੜਾ ਗੱਠਜੋੜ ਆ ਉਹ ਅੱਗੇ ਲਿਆਉਂਦਾ ਹੈ। 25-26 ਅਗਸਤ ਨੂੰ ਮੁੰਬਈ ਦੇ ਵਿੱਚ ਬੈਠਕ ਹੈ। ਇੱਕ ਜਾਂਦੇ ਜਾਂਦੇ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦੇ ਦਿੰਦੇ ਆ ਕਿ ਜਿਸ ਤਰੀਕੇ ਨਾਲ ਗੋਦੀ ਮੀਡੀਆ ਬਾਰੇ ਚਰਚਾ ਚੱਲਦੀ ਸੀ ਨੈਸ਼ਨਲ ਪੱਧਰ ਦੇ ਉੱਤੇ, ਪੰਜਾਬ ਦੇ ਵਿੱਚ ਵੀ ਅੱਜ ਇਹੀ ਚਰਚਾ ਚੱਲਦੀ ਹੈ ਕਿ ਇੱਕ ਮੀਡੀਆ ਜਿਹੜਾ, ਮਤਲਬ ਕੁਝ ਮੀਡੀਆ ਦੇ ਅਦਾਰੇ ਜਿਹੜੇ ਨੇ ਉਹ ਸਰਕਾਰ ਪੱਖੀ ਹੋ ਕੇ ਜਾਂ ਸੱਤਾ ਨੂੰ ਸਵਾਲ ਨਹੀਂ ਕਰਦੇ, ਤੇ ਉਹਨੂੰ ਲੈ ਕੇ ਸਾਡੀਆਂ ਜਿਹੜੀਆਂ ਵੱਖ-ਵੱਖ ਡਿਜੀਟਲ ਮੀਡੀਆ ਦੇ ਨਾਲ ਜੁੜੀਆਂ ਜਿੱਥੇ ਪੱਤਰਕਾਰ ਭਾਈਚਾਰਾ ਆ, ਉਹਨਾਂ ਨੇ ਪੰਜਾਬ ਡਿਜੀਟਲ ਮੀਡੀਆ ਐਸੋਸੀਏਸ਼ਨ ਨਾਂ ਦਾ ਇੱਕ ਜਥੇਬੰਦੀ ਬਣਾਈ ਹੈ। ਉਹਦੇ ਵਿੱਚ ABC ਪੰਜਾਬ ਵਾਲੇ ਜਗਤਾਰ ਭੁੱਲਰ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ, ਤੇ ਪੰਜਾਬੀ ਲੋਕ ਵਾਲੇ ਜਗਦੀਪ ਥਲੀ ਜਿਹੜੇ ਨੇ ਜਨਰਲ ਸਕੱਤਰ ਨੇ, ਸੁਖਨੈਬ ਸਿੰਘ ਸਿੱਧੂ ਜਿਹੜੇ ਨੇ ਉਹ ਖਜ਼ਾਨਾ ਦੇਖ ਰਹੇ ਨੇ, ਉਹ ਉਹਦਾ ਉਹਨਾਂ ਨੂੰ ਦਿੱਤਾ। ਜਿਸ ਵੀ ਢੰਗ ਦੇ ਨਾਲ ਮੈਨੂੰ ਕੋਈ ਬਹੁਤੀ ਇੰਨੀ, ਮਤਲਬ ਜਿੰਨਾ ਕੁ ਮੇਰੇ ਕੋਲ ਪ੍ਰੈਸ ਨੋਟ ਆਇਆ, ਤੇ ਉਹਦੇ ਵਿੱਚ ਅਸੀਂ ਇੱਕ 11 ਮੈਂਬਰੀ ਜਿਹੜੀ ਸੂਬਾ ਕਮੇਟੀ ਬਣਾਈ ਹੈ, ਉਹਦੇ ਵਿੱਚ ਮੇਰਾ ਵੀ ਨਾਮ ਸ਼ਾਮਲ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਨਿਰਪੱਖ ਪੱਤਰਕਾਰੀ, ਹਾਲਾਂਕਿ ਨਿਰਪੱਖਤਾ ਜਿਹੜੀ ਆ ਉਹ ਕਿਸ ਢੰਗ ਦੀ ਹੁੰਦੀ ਹੈ ਉਹ ਵੀ ਆਪੋ ਆਪਣੇ ਢੰਗ ਦੇ ਨਾਲ ਹਰ ਕੋਈ ਤੈਅ ਕਰਦਾ। ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਮੁੱਦਿਆਂ ਦੀ, ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਲਗਾਤਾਰ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਆਉਂਦੇ ਰਹੀਏ। ਤੁਹਾਡੇ ਵੀ ਸਹਿਯੋਗ ਦੀ ਲੋੜ ਹੈ ਕਿ ਤੁਸੀਂ ਗੋਦੀ ਮੀਡੀਆ ਜਾਂ ਉਸ ਕਿਸਮ ਦੇ ਮੀਡੀਆ ਦੀ ਪਹਿਚਾਣ ਕਰੋ, ਤੇ ਆਪਣੀ ਆਵਾਜ਼ ਆਪ ਬਣ ਕੇ ਜਿਹੜਾ ਉਹ ਸਾਹਮਣੇ ਆਓ, ਤੇ ਆਪਣੇ ਮੁੱਦਿਆਂ ਨੂੰ ਆਪ ਆ ਕੇ ਅੱਗੇ ਰੱਖੋ। ਤਮਾਮ ਪਾਰਟੀਆਂ ਇਸੇ ਢੰਗ ਨਾਲ ਚੱਲਦੀਆਂ ਰਹਿੰਦੀਆਂ ਨੇ, ਸੱਤਾ ਬਦਲਦੀ ਰਹਿੰਦੀ ਹੈ, ਪਰ ਮੀਡੀਆ ਜਿਹੜਾ ਉਹਦਾ ਰੋਲ ਬੇਹੱਦ ਸੰਜੀਦਾ ਹਾਲਾਤਾਂ ਦੇ ਅਨੁਕੂਲ, ਜਿਸ ਢੰਗ ਦੇ ਨਾਲ ਮਤਲਬ ਕਿ ਤੁਸੀਂ ਪੰਜਾਬ ਦੀ ਗੱਲ ਰੱਖਣੀ, ਉਹਨੂੰ ਹੋਣਾ ਚਾਹੀਦਾ। ਉਹਨੂੰ ਲੈ ਕੇ ਆਪਣੇ ਵਿਚਾਰ ਜਿਹੜੇ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ। ਮੈਂ ਛੇਤੀ ਜਿਹਾ ਸਾਰਿਆਂ ਦਾ ਧੰਨਵਾਦ, ਸਾਡੇ ਸਰੋਤਿਆਂ ਦਾ, ਤੁਹਾਡੀ ਟੀਮ ਦਾ ਧੰਨਵਾਦ।